वाहिगुरु जी का खालसा वाहिगुरु जी की फतेह. Good afternoon to all the students. Kindly raise hand who wants to do jap seva. वाहिगुरु जी का खालसा वाहिगुरु जी की फतेह. बेटे स्टार्ट करो. फतेह। वाहिगुरु जी का खालसा वाहिगुरु जी की फतेह। हाँ जी. एक ओंकार सतनाम करता पुरख निर्भव निर्वैर अकाल मूरत अजूनी सैभं। हाँ जी. मनप्रीत कौर मानसा दा भी हैंड रेस से तुसी कर दो बच्चे स्टार्ट. वाहिगुरु जी का खालसा वाहिगुरु जी की फतेह. हाँ जी बेटे. एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जप वाहिगुरु जी का खालसा वाहिगुरु जी की फतेह. वाहिगुरु जी की फतेह. Till now only 18 participants have joined. In the meantime ਕਿਸੇ ਦਾ ਕੋਈ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ ਬੱਚੇ. ਜਦੋਂ ਤੱਕ ਹੋਰ ਪਾਰਟਿਸਿਪੈਂਟਸ ਨਾਲ ਜੁੜਦੇ ਹੈ ਤੇ ਬਿਫੋਰ ਵੀ ਸਟਾਰਟ ਦ ਕਲਾਸ ਤੇ ਜੇ ਕਿਸੇ ਦਾ ਕੋਈ ਸਵਾਲ ਹੈ ਤੁਸੀਂ ਪੁੱਛ ਲਓ. So I am going to start the class. ਬੱਚਿਓ I would request you again, please ਅਸੀਂ ਕਲਾਸ ਨੂੰ 2:50 ਤੇ ਸਟਾਰਟ ਕਰ ਦਾਂਗੇ. ਫਿਰ ਤੁਸੀਂ ਪਲੀਜ਼ ਲੇਟ ਨਾ ਹੋਇਆ ਕਰੋ, ਨਹੀਂ ਤਾਂ ਕੀ ਹੁੰਦਾ ਦੁਬਾਰਾ ਤੋਂ ਸਕਰੀਨ ਦੁਬਾਰਾ ਤੋਂ ਸ਼ੇਅਰ ਕਰਨੀ ਪੈਂਦੀ ਹੈ ਨਾ. We'll start at 2:50 sharp. Please ਤੁਸੀਂ 2:45 ਤੱਕ ਹੀ join ਕਰ ਲਿਆ ਕਰੋ. ਹਾਂਜੀ. first word is WARN, warn. warn. warn ਹੁੰਦਾ ਹੈ ਕਿਸੇ ਨੂੰ ਅਸੀਂ ਚੇਤਾਵਨੀ ਦਿੰਦੇ ਆ ਨਾ ਕਿ ਮੈਂ ਤਾਂ ਤੈਨੂੰ ਇਹ ਗੱਲ ਪਹਿਲੇ ਹੀ ਕਹੀ ਹੈ ਕਿ ਤੂੰ ਇਸ ਚੀਜ਼ ਤੋਂ ਥੋੜਾ ਬਚ ਕੇ ਰਹੀਂ. ਆਪਾਂ ਵਾਰਨਿੰਗ ਦਿੰਦੇ ਆ ਕਿਸੇ ਨੂੰ, ਹੈ ਨਾ. ਵਾਰਨ ਕਰਦੇ ਆ, ਚੇਤਾਵਨੀ ਦਿੰਦੇ ਆ. that is warn. warn, warned, warned. warn, warned, warned. next is WIND, wind. ਇਹ wind ਨਹੀਂ ਹੈ, wind ਹੈ. wind ਹੁੰਦਾ ਹੈ ਹਵਾ, ਤੇਜ਼ ਹਵਾ ਹੈ ਨਾ, ਅਸੀਂ ਉਹਨੂੰ wind ਕਹਿੰਦੇ ਆ. ਸੋ ਉਹ ਨਾਉਨ ਹੈ wind. ਬਟ wind ਦਾ ਮਤਲਬ ਹੁੰਦਾ ਹੈ ਚਾਬੀ ਦੇਣਾ, ਲਾਈਕ ਟੂ wind the watch. ਵਾਚ ਨੂੰ ਵਾਈਂਡ ਕਰਨਾ, ਕਿਸੇ ਚੀਜ਼ ਨੂੰ ਘੁਮਾਣਾ, ਵਾਈਂਡ ਕਰਨਾ, ਹੈ ਨਾ. ਚਾਬੀ ਦੇਣਾ, ਜਿਵੇਂ ਚਾਬੀ ਪੁਰਾਣੇ ਅੱਜ ਕੱਲ ਤਾਂ ਜਿੰਨੀ ਵੀ ਰਿਸਟ ਵਾਚਸ ਆ ਉਹਨਾਂ ਨੂੰ ਵਾਈਂਡ ਕਰਨ ਦੀ ਲੋੜ ਨਹੀਂ ਪੈਂਦੀ. ਬਟ ਪੁਰਾਣੇ ਟਾਈਮ ਤੇ ਜਿਹੜੀ ਸਾਡੀ ਰਿਸਟ ਵਾਚ ਹੁੰਦੀ ਸੀ, ਕਲਾਈ ਵਾਲੀ ਘੜੀ, ਉਹਨੂੰ ਵਾਈਂਡ ਕਰਨਾ ਪੈਂਦਾ ਸੀਗਾ. ਘੜੀਆਂ ਨੂੰ ਵਾਈਂਡ ਕਰਨਾ ਪੈਂਦਾ ਸੀਗਾ, ਘੁਮਾਣੀ ਪੈਂਦੀ ਸੀ ਉਹਨਾਂ ਦੀ ਚਾਬੀ, ਤਾਂ ਉਹਨੂੰ ਕਹਿੰਦੇ ਆ ਵਾਈਂਡ. ਠੀਕ ਹੈ. ਇਹਦੀ ਅਗਰ ਇਹ ਵਾਈਂਡ ਹੈ ਤਾਂ ਇਹਦੀ ਸੈਕਿੰਡ ਫਾਰਮ ਆਏਗੀ WOUND, wound and wound. ਹੁਣ WOUND wound ਵੀ ਹੁੰਦਾ ਹੈ. wound means ਜ਼ਖਮ. WOUND wound ਉਹਦਾ ਮਤਲਬ ਹੁੰਦਾ ਜ਼ਖਮ. ਠੀਕ ਹੈ ਨਾ, ਜਾਂ ਜ਼ਖਮੀ ਹੋਣਾ. he was wounded in the accident. ਉਹ ਐਕਸੀਡੈਂਟ ਦੇ ਵਿੱਚ ਜ਼ਖਮੀ ਹੋ ਗਿਆ, ਸੱਟਾਂ ਲੱਗ ਗਈਆਂ ਉਹਨੂੰ. ਠੀਕ ਹੈ. ਸੋ wound is ਜ਼ਖਮ, ਬਟ ਇਹ verb ਹੈ ਤੇ verb ਦੇ ਵਿੱਚ wind, wound, wound. ਇਹ ਯਾਦ ਰੱਖਣਾ ਪਲੀਜ਼. wind means ਚਾਬੀ ਦੇਣਾ. ਇੱਕ ਹੁੰਦਾ wind up. wind up ਹੁੰਦਾ ਹੈ ਤੁਸੀਂ ਸਾਰਾ ਕੰਮ, ਜਿਵੇਂ ਅਸੀਂ ਕਹਿੰਦੇ ਆ ਕਿ ਅਸੀਂ ਹੁਣ ਕਲਾਸ wind up ਕਰਨ ਲੱਗੇ ਆ, ਮਤਲਬ ਅਸੀਂ ਕਲਾਸ ਹੁਣ ਖਤਮ ਕਰਨ ਲੱਗੇ ਆ, ਕਨਕਲੂਜਨ ਤੇ ਆਉਣ ਲੱਗੇ ਆ, ਐਂਡ ਤੇ ਆਉਣ ਲੱਗੇ ਆ. ਜਾਂ ਜਿਵੇਂ ਮੈਂ ਮੇਰੀ ਵੌਇਸ ਆਡੀਬਲ ਨਹੀਂ ਹੈ ਵੀਰ ਜੀ, ਮੇਰੀ ਵੌਇਸ ਆਡੀਬਲ ਹੈ? ਓਕੇ ਜੀ, ਓਕੇ, ਥੈਂਕ ਯੂ, ਥੈਂਕ ਯੂ. ਇੱਕ ਬੱਚਾ ਵਿੱਚ ਕਹਿ ਰਹੇ ਸੀ your voice is not audible. ਓਕੇ, ਥੈਂਕ ਯੂ ਬੱਚੇ, ਥੈਂਕ ਯੂ, ਥੈਂਕ ਯੂ. ਤੁਹਾਡੀ ਇਸ਼ਦੀਪ ਕੌਰ, ਤੁਹਾਡੇ ਫੋਨ 'ਚ ਪ੍ਰੋਬਲਮ ਹੋਏਗੀ. ਮੇਰੀ ਵੌਇਸ ਇੱਥੇ ਤਾਂ ਸਾਰਿਆਂ ਨੂੰ ਆਡੀਬਲ ਹੈ. ਸੋ ਵਾਈਂਡ ਮੀਨਸ ਚਾਬੀ ਦੇਣਾ, ਹੈ ਨਾ. ਆਪਾਂ ਗੱਲ ਕਰ ਰਹੇ ਸੀ ਵਾਈਂਡ ਅਪ. ਵਾਈਂਡ ਅਪ ਹੁੰਦਾ ਹੈ ਜਦੋਂ ਤੁਸੀਂ ਕਿਸੇ ਗੱਲ ਦੇ
ਲਾਸਟ ਤੇ ਆ ਜਾਂਦੇ ਹੋ। ਅਸੀਂ ਕਹਿੰਦੇ ਹਾਂ ਹੁਣ ਅਸੀਂ ਆਪਣਾ ਸੈਸ਼ਨ ਵਾਈਂਡ ਅਪ ਕਰਨ ਲੱਗੇ ਹਾਂ, ਕਨਕਲੂਜਨ ਤੇ ਆਉਣ ਲੱਗੇ ਹਾਂ, ਐਂਡ ਤੇ ਆਉਣ ਲੱਗੇ ਹਾਂ, ਉਹਨੂੰ ਵਾਈਂਡ ਅਪ ਕਹਿੰਦੇ ਆ। ਠੀਕ ਹੈ, ਸੋ ਵਰਬ ਵਾਈਂਡ ਹੈ, ਵਿੰਡ ਨਹੀਂ ਹੈ। ਵਿੰਡ ਹੁੰਦਾ ਤੇਜ਼ ਹਵਾ। ਅਗਰ ਇਹ ਵਰਬ ਹੈ ਤਾਂ ਅਸੀਂ ਇਹਨੂੰ ਕਹਿਣਾ ਵਾਈਂਡ, ਵਾਉਂਡ, ਵਾਉਂਡ। ਔਰ ਅਗਰ WOUND ਜਿਵੇਂ ਅਗਰ ਹੈ ਜ਼ਖਮੀ ਹੋਣਾ, ਇਹ ਅਲੱਗ ਵਰਬ ਹੈ। WOUND ਵੂੰਡ, ਉਹ ਹੁੰਦਾ ਜ਼ਖਮ ਜਾਂ ਜ਼ਖਮੀ ਹੋਣਾ। ਜਿਵੇਂ ਮੈਂ ਹੁਣੇ ਦੱਸਿਆ ਕਿ he was wounded, badly wounded in the accident। ਕਿਸੇ ਨੂੰ ਜ਼ਖਮੀ ਹੋ ਜਾਣਾ, ਉਹਨੂੰ ਅਸੀਂ ਵੂੰਡ ਕਹਿੰਦੇ ਆ। ਠੀਕ ਹੈ, ਬਟ ਵਾਈਂਡ ਮੀਨਸ ਚਾਬੀ ਦੇਣਾ, ਜਿਵੇਂ ਚਾਬੀ ਭਰਨਾ ਆਪਾਂ ਕਹਿੰਦੇ, ਜਾਂ ਕਿਸੇ ਚੀਜ਼ ਨੂੰ ਇਸ ਤਰ੍ਹਾਂ ਜਿੱਦਾਂ ਚਾਬੀ ਦਿੰਦੇ ਨਾ, ਗੋਲ ਗੋਲ ਘੁਮਾਣਾ, ਉਹਨੂੰ ਵੀ ਵਾਈਂਡ ਕਹਿੰਦੇ। ਠੀਕ ਹੈ, ਹਾਂਜੀ। Oppo A3s, ਬੱਚੇ ਤੁਹਾਡਾ ਨਾਮ ਕੀ ਹੈ? Oppo A3s ਜਿਨ੍ਹਾਂ ਨੇ ਆਪਣਾ ਲਿਖਿਆ ਹੈ, ਆਪਣੀ ਵੀਡੀਓ ਔਨ ਕਰੋ ਬੇਟੇ। ਇੰਨੀ ਦੇਰ ਦੀ ਤੁਸੀਂ ਵੀਡੀਓ ਔਨ ਕੀਤੀ ਹੋਈ ਸੀ, ਹੁਣ ਤੁਸੀਂ ਕਿਉਂ ਨਹੀਂ ਔਨ ਕਰ ਰਹੇ ਹੋ? Oppo A3s, there was a girl। बेटा जे पढ़ना नहीं ਹੁੰਦਾ ਨਾ ਤੇ ਤੁਸੀਂ ਨਾ ਆਇਆ ਕਰੋ, ਇੱਥੇ ਬਹੁਤ ਡਿਸਟਰਬੈਂਸ ਹੋ ਰਹੀ ਹੈ। ਇੰਨਾ ਕੈਮਰਾ ਅੱਗੇ ਲਿਆ ਕੇ ਤੁਸੀਂ ਕਿੰਨੀ ਦੇਰ ਦੇ ਇੱਥੇ ਡਿਸਟਰਬੈਂਸ ਕ੍ਰੀਏਟ ਕਰ ਰਹੇ ਹੋ? Next is wake। Wake means jagna। Wake means jagna। Like I wake up at 6 AM। Wake, woke, woken। Wake, woke, woken। Next is win। Win means jitna। Win, one, one। एक ये one है, इन्हें won won नहीं कहना, it is one। ONE भी one हुंदा है और WON भी one हुंदा है। ठीक है, win, one, one। Next is watch। Watch ਦਾ मतलब ਹੁੰਦਾ ਹੈ ਦੇਖਣਾ। ਇੱਕ ਤਾਂ watch ਹੈ ਜਿਹੜੀ ਤੁਸੀਂ ਆਪਣੇ ਘੜੀ ਲਗਾਉਂਦੇ ਹੋ, wrist watch ਅਸੀਂ ਕਿਹਾ, watch ਹੈ ਨਾ ਘੜੀ, watch। ਇੱਥੇ watch ਦਾ ਮਤਲਬ ਹੈ ਦੇਖਣਾ, watch ਕਰਨਾ ਕਿਸੇ ਨੂੰ, ਮਤਲਬ ਧਿਆਨ ਨਾਲ ਅਸੀਂ ਕਹਿੰਦੇ ਨਾ ਇਸ ਚੀਜ਼ ਨੂੰ ਧਿਆਨ ਨਾਲ watch ਕਰੋ। ਠੀਕ ਹੈ, ਦੇਖੋ, watch, watched, watched, watch, watched, watched। Next is wash। Wash means dhona। She is washing clothes। Wash, washed, washed। Next is ring। Ring, ring ਹੁੰਦਾ ਹੈ ਨਿਚੋੜਨਾ, ਕਿਸੇ ਚੀਜ਼ ਨੂੰ ਨਿਚੋੜਨਾ, ਇਸ ਤਰ੍ਹਾਂ ਕਰਕੇ ਨਿਚੋੜਨਾ is ring। Like to wring the clothes, है ना, ਕੱਪੜੇ ਨੂੰ ਜਾਂ ਕੱਪੜਿਆਂ ਨੂੰ, ਗਿੱਲੇ ਕੱਪੜਿਆਂ ਨੂੰ ਨਿਚੋੜਨਾ is ring। ਇੱਕ ਬੱਚਾ ਮੈਨੂੰ ਡਿਸਟਰਬ ਕਰ ਰਿਹਾ, let me answer her। मैं ਉਹਨੂੰ ਟਾਈਪ ਕਰਦਾ ਆਨਸਰ। okay, so ring, rang, rang। ring, rang, rang। Next is wear। wear ਹੁੰਦਾ ਹੈ wear। wear means ਪਾਣਾ। wear, wore, worn। wear, wore, worn। ठीक है, she wore beautiful clothes। wore पाए, पाना, कपड़े पाना, wear करना। ठीक है, next is wait। wait means इंतजार करना। wait, waited, waited। wait, waited, waited। and the last is weave। W-E-A-V-E, weave। W-E-A-V-E, weave means बुनना। जिमें I told you earlier also, कबीर जी was a weaver। बुनकार सी ना, बुनन वाले, जुलाहा। ठीक है, so weaver। एक मैं ਤੁਹਾਨੂੰ शायद weaver bird भी दिखाया सी, है ना। weave means बुनना। weave, wove, woven। weave, wove, woven। okay, so ਅਸੀਂ ਇੱਕ ਵਾਰ ਰਿਪੀਟ ਕਰਦੇ ਹਾਂ, ਜਿਹੜੇ ਬੱਚੇ ਬਾਅਦ ਵਿੱਚ ਜੁੜੇ ਆ ਉਹਨਾਂ ਨੂੰ ਹੋ ਜਾਏਗਾ ਇੱਕ ਵਾਰ। warn means ਚੇਤਾਵਨੀ ਦੇਣਾ, ਕਿਸੇ ਨੂੰ ਚੇਤਾਵਨੀ ਦੇਣਾ ਕਿ ਤੂੰ ਇਹ ਕੰਮ ਇਸ ਤਰ੍ਹਾਂ ਨਾ ਕਰੀ। warn, warned, warned।
नेक्स्ट इज वाइंड, WIND, वाइंड। ते बच्चों ये विंड नहीं है, विंड मीन्स हवा हुंदी है, तेज हवा, वो नाउन है। वाइंड मीन्स चाबी भरना, टू वाइंड द क्लॉक, ठीक है। वाइंड, वाउंड, वाउंड, चाबी भरना, टू वाइंड द वॉच या क्लॉक ਦੇ ਵਿੱਚ ਚਾਬੀ ਭਰਨਾ, ਜਿਵੇਂ ਚਾਬੀ ਨੂੰ ਗੋਲ 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 ਘੁਮਾਣਾ ਹੈ ਨਾ ਹੁੰਦਾ ਹੈ, ਤਾਂ ਉਹਨੂੰ ਅਸੀਂ ਕਹਿੰਦੇ ਵਾਈਂਡ। ਇੱਕ ਵਾਈਂਡ ਅਪ ਹੁੰਦਾ ਹੈ ਕਿਸੇ ਚੀਜ਼ ਦੇ ਕਨਕਲੂਜਨ ਤੇ ਆਣਾ, ਜਿਵੇਂ ਅਸੀਂ ਕਲਾਸ ਦੇ ਐਂਡ ਵਿੱਚ ਕਹਿੰਦੇ ਹੁੰਦੇ ਆ ਕਿ ਹੁਣ ਮੈਂ ਵਾਈਂਡ ਅਪ ਕਰਨ ਲੱਗੀ ਆ, ਸਮ ਅਪ ਕਰਨ ਲੱਗੀ ਆ, ਆਪਣੇ ਲਾਸਟ ਤੇ ਆਣ ਲੱਗੀ ਆ, ਕਨਕਲੂਜਨ ਤੇ ਆਣ ਲੱਗੀ ਆ, ਲਾਸਟ ਤੇ ਐਂਡ ਤੇ ਆਣ ਲੱਗੀ ਆ, ਉੱਥੇ ਵੀ ਅਸੀਂ ਵਾਈਂਡ ਅਪ, ਉਹ ਅਪ ਪ੍ਰੈਪੋਜੀਸ਼ਨ ਲੱਗਦੀ ਹੈ ਉਹਦੇ ਨਾਲ, ਉੱਥੇ ਵੀ ਅਸੀਂ ਇਹਨੂੰ ਵਾਈਂਡ ਕਹਿਣਾ ਹੈ। ਇਹਦੀ ਸੈਕਿੰਡ ਫਾਰਮ ਹੈ ਵਾਉਂਡ ਐਂਡ ਵਾਉਂਡ। बट अगर जख्म है, जख्म ਨੂੰ ਕਹਿੰਦੇ ਆ wound, WOUND, स्पेलिंग सेम है बट प्रोनाउंसिएशन डिफरेंट है। wound means जख्म, जख्म, ठीक है। या जख्मी होना, जिਵੇਂ मैं एग्जांपल ਦਿੱਤੀ, he was wounded in the accident, so ਉਹਦਾ मतलब ये है जख्मी होना। बट ਇਹ verb है, verb ਦੇ ਵਿੱਚ ਇਹਦੀ सेकंड फॉर्म ਕੀ ਹੋਏਗੀ, wound, wind, wound, wound। wake means ਜਾਗਣਾ, wake, woke, woken। win means जितना, like ਅਸੀਂ ਕਿਹਾ yesterday Kings 11 पंजाब won the match, कल Kings 11 पंजाब ने मैच विन कर लिया, Kings 11 पंजाब won the match, ठीक है। win, won, won। watch, watch means देखना, like I am watching IPL match on my TV। watch, watched, watched। wash means dhona, she's washing her clothes। wash, washed, washed। wring means निचोड़ना, please wring this towel, इस towel ਨੂੰ ਨਿਚੋੜ दो। wring, rung, rung। ਪ੍ਰਭਜੋਤ ਇੱਕ ਮਿੰਟ ਮੈਂ ਦੱਸਦੀ ਹਾਂ ਹੁਣੇ। wear, wore, worn। wear ਹੁੰਦਾ ਪਾਉਣਾ, she wears neat and clean clothes। I wear spick and span clothes, मतलब साफ सुथरे कपड़े पानी है मैं। wait means इंतजार करना, wait, waited, waited। weave means बुनना, weave, wove, woven। हाँ जी, प्रभजोत पूछ रहे हैं wound means जख्मी होना। बच्चे ये जख्म, अगर ता जख्म है ता इन्हू wound बोलना है, और जख्मी होना is also verb। जदों जख्मी होना क्रिया है ताऊ verb है, जख्म है वो नाउन है। wound means जख्म, नाउन है। समझ गए प्रभजोत, समझ गए तुसी? वूंड अगर जख्म है, जख्म कोई चीज है ना तो दिख रही है, ताऊ नाम है, नाउन है। अगर वूंड मतलब जख्मी होना तो फिर ये वर्ब है। वूंड बच्चे डी साइलेंट नहीं है, वूंड, वूंड डी साइलेंट नहीं है ਇਹਦੇ ਵਿੱਚ। खुशप्रीत, डी इज नॉट साइलेंट, ओके। तो वूंड मींस ए वर्ड भी ਆਪਾਂ ऐड कर सकते हैं वर्ब्स ਦੇ ਵਿੱਚ। wound, wounded, wounded, ਇਹਦਾ मतलब है जख्मी हो जाना, ठीक है ना, ਇਹਦਾ मतलब है जख्मी हो जाना, वर्ब है। बट वाइंड, वाउंड, वाउंड है, ये याद रखना। जिवें ਅਸੀਂ ਕਿਹਾ he was wounded when he met with an accident, ਜਦੋਂ ਉਹਦਾ ਐਕਸੀਡੈਂਟ ਹੋਇਆ ਉਹ ਜ਼ਖਮੀ ਹੋ ਗਿਆ, ਇਹ ਆਲਸੋ ਇਹ ਵਰਬ ਹੈ, ਇਹ ਵੀ ਮੈਨੂੰ ਇਹਦੇ ਵਿੱਚ ਲਿਖ ਲੈਣੀ ਚਾਹੀਦੀ ਸੀਗੀ। ਹਾਂਜੀ ਰੁਪਿੰਦਰ ਕੌਰ ਦੱਸੋ ਜੀ। गुड आफ्टरनून मैम। गुड आफ्टरनून मैम सॉरी मैं दोबारा पूछने लगी, मैं बस से उस टाइम। अच्छा जी मैम वार्न, वाइंड एंड वीव दे मीनिंग ਦੱਸ ਦਿਓ ਤਿੰਨਾਂ ਦੇ। ਬੱਚੇ ਵਾइंड ਹੁੰਦਾ ਹੈ, वाइंड मींस ਚਾਬੀ ਭਰਨਾ। ਚਾਬੀ ਮੈਮ? ਚਾਬੀ, ਹਾਂ ਚਾਬੀ ਭਰਨਾ। ਜਿਵੇਂ ਅਸੀਂ ਚਾਬੀ ਨਹੀਂ ਭਰਦੇ ਹੁੰਦੇ, ਜਿਵੇਂ ਕੋਈ ਟॉय ਹੈ, ਕੋਈ ਖਿਡੌਣਾ ਹੈ, ਪੁਰਾਣੇ ਟਾਈਮ 'ਚ ਖਿਡੌਣੇ ਆਉਂਦੇ ਸੀ, ਉਹਦੇ 'ਚ ਚਾਬੀ ਭਰੀ ਜਾਂਦੀ ਸੀ। ਹਾਂਜੀ, ਹੈ ਨਾ? ਹਾਂਜੀ, है ना। तो ਉਹ ਹੁੰਦੀ ਹੈ ਜਿਵੇਂ ਅਲਾਰਮ ਕਲੌਕ ਹੋਈ, ਉਹਨੂੰ ਚਾਬੀ ਭਰੀ ਜਾਂਦੀ ਸੀ, ਤਾਂ ਉਹਨੂੰ ਕਹਿੰਦੇ ਵਾਈਂਡ ਕਰਨਾ। ਓਕੇ ਜੀ। ਜਾਂ ਏਦਾਂ ਕੋਈ ਚੀਜ਼ ਨੂੰ ਏਦਾਂ ਕਰਨਾ, ਉਹਨੂੰ ਵੀ ਅਸੀਂ ਵਾਈਂਡ ਕਹਿੰਦੇ ਆ, ਹੈ ਨਾ। ਹਾਂਜੀ, ਸਮਝ ਗਏ? ਕੋਈ ਚੀਜ਼ ਅਗਰ ਏਦਾਂ ਜਾ ਰਹੀ ਹੈ, ਜਿਵੇਂ ਚਾਬੀ ਭਰੀ ਜਾ ਰਹੀ ਹੈ ਉਹਦੇ ਵਿੱਚ, ਉਹਨੂੰ ਵੀ ਅਸੀਂ ਵਾਈਂਡ ਕਰਨਾ ਕਹਿੰਦੇ ਆ। ਓਕੇ ਜੀ। ਤੇ ਮੈਮ ਵਾਰਨ, warn, this is warn। warn means चेतावनी देना, चेतावनी, ठीक है ना।
मैम लास्ट वाला हाँ जी लास्ट वीव WEAVE वीव ਦਾ ਮਤਲਬ ਹੁੰਦਾ ਬੁਣਨਾ बुणकार ਹੁੰਦੇ ਨੇ जुलाहा जुलाहा ਜਿਵੇਂ ਮੈਂ ਦੱਸਿਆ ਕਬੀਰ ਜੀ ਵਾਸ ਅ ਵੀਵਰ हाँ जी ਵੀਵ ਕਰਦੇ ਕੱਪੜੇ ਨੂੰ ਵੀਵ ਕੀਤਾ ਜਾਂਦਾ ਹੈ ਨਾ ਬੁਣਿਆ ਜਾਂਦਾ ਹੈ हाँ जी ਤਾਂ ਉਹ ਵੀਵ ਹੁੰਦਾ ਹੈ ओके जी थैंक यू मैम हाँ जी हाँ जी हाँ जी हाँ जी नेक्स्ट खुशप्रीत कौर कह रही है हवा दा प्रोनाउंसिएशन भी दस दो बेटा मैनू समझ नहीं आया तुहाडा क्वेश्चन खुशप्रीत मैनू तुहाडा समझ नहीं आया हवा दी प्रोनाउंसिएशन विंड विंड WIND विंड स्पेलिंग सेम है हाँ स्पेलिंग सेम है अगर ये विंड है तो ਇਹਦਾ मतलब है हवा the wind is blowing उते ਅਸੀਂ the wind नहीं कहांगे the wind is blowing हवा वग रही है ठीक है and she is winding her watch वो अपनी घड़ी ਨੂੰ wind कर रही है चाबी दे रही अगर ये wind है तो ਇਹਦੀ सेकंड फॉर्म होगी wound wound ठीक किसी होर दा कोई सवाल प्लीज प्लीज आस्क जे तुहानू कोई चीज समझ नहीं आई तो ओके जी प्रभजोत कौर तुहानू क्लियर हो गया बेटे प्रभजोत दी ना कनेक्शन प्रॉब्लम आंदी है बेटा अपनी वीडियो ऑन करना तुहानू क्लियर हो गया तुहाडा जो डाउट्स थी ओके आई थिंक इट वुड बी क्लियर ओके जी ਅਸੀਂ ਹੁਣ ਨੈਕਸਟ ਟੌਪਿਕ ਤੇ ਚੱਲਦੇ ਹਾਂ next is we were doing non-finites and today is last topic of this ਇਹ ਸਾਨੂੰ ਪਤਾ ਹੀ ਹੈ ਕਿ 3 kinds of non-finite verbs ਹੁੰਦੇ हैं the infinitive the participle the gerund infinitive ਅਸੀਂ ਕੀਤਾ ਸੀ ਜੋ to ਦੇ ਨਾਲ first form ਲੱਗਦੀ ਹੈ ਉਹ without to यानी bare infinitives ਵੀ ਕੀਤੇ ਸੀ ਅਸੀਂ to infinitive ਕੀਤੇ ਸੀ ਠੀਕ ਹੈ ਜਿਵੇਂ ਅਸੀਂ ਕਿਹਾ I want to bake a cake to bake a cake to ਤੋਂ ਬਾਅਦ verb ਦੀ first form ਲੱਗੀ ਇਸੇ ਤਰ੍ਹਾਂ ਅਸੀਂ participle ਕੀਤੇ ਸੀ participle ਕੀ ਹੁੰਦੇ ਆ ਜਿਹੜੇ ਹੁੰਦੇ ਤਾਂ verb ਹੈ but they act as adjectives ਜਿਵੇਂ ਅਸੀਂ ਇਹਦੇ ਵਿੱਚ present participle ਕੀਤਾ ਸੀ past participle ਕੀਤਾ ਸੀ ਔਰ perfect ਕੀਤਾ ਸੀ ठीक है सो प्रेजेंट पार्टिसिपल की है जिवें ਅਸੀਂ ਕਿਹਾ ਜਿਹਦੇ ਨਾਲ ing ਲੱਗਦਾ ਹੈ ਨਾ ਫਰਸਟ ਫਾਰਮ ਦੇ ਨਾਲ ing ਲੱਗਦਾ ਹੈ ਜਿਵੇਂ ਅਸੀਂ ਕਿਹਾ let the sleeping dogs lie dogs sleeping dogs ਕਿਹੜੇ dogs sleeping dogs यानी ਉੱਥੇ ਕੀ ਹੈ ing ਲੱਗਿਆ ਉਹ ਪ੍ਰੈਜ਼ੈਂਟ ਪਾਰਟਿਸਿਪਲ ਹੈ ਪਾਸਟ ਪਾਰਟਿਸਿਪਲ ਜਿਵੇਂ ਥਰਡ ਫਾਰਮ ਜਿਹਦੇ ਵਿੱਚ ਲੱਗਦੀ ਹੈ ਠੀਕ ਹੈ ਥਰਡ ਫਾਰਮ ਮੀਨਸ ਜਿਵੇਂ ਅਸੀਂ ਕਿਹਾ this is burnt cake ਇਹ ਜਲਿਆ ਹੋਇਆ ਕੇਕ ਹੈ ਥਰਡ ਫਾਰਮ ਐਂਡ ਪਰਫੈਕਟ ਦੇ ਵਿੱਚ ਕੀ ਹੁੰਦਾ ਹੈ like having done my homework I went to my friend's house. So, आज ਅਸੀਂ ਕਰਾਂਗੇ gerund. ਜੇ infinitive और participle ਦੇ ਵਿੱਚ ਕਿਸੇ ਨੂੰ ਕੋਈ doubt ਹੈ, ਤੁਸੀਂ ਪੁੱਛ ਲਓ because this is the last topic to be done today, the gerunds. ਅਗਰ ਕੋਈ doubt ਹੈ please ਪੁੱਛ ਲਓ ਮੈਨੂੰ. ਕਿਉਂਕਿ topic ਅੱਜ over ਹੋ ਜਾਏਗਾ and tomorrow we'll start with a new one. Kindly raise your hands if you have any doubts with these the infinitive and the participle okay no doubts किसी का कोई सवाल नहीं है that is good okay then we'll move to the third non-finite verb and that is gerund the gerund now the gerund is a verb it is a verb ending in ing which does the work of a noun gerund ਹੁੰਦਾ ਉਹ verb ਜਿਹਦੇ ਨਾਲ ing ਲੱਗਦਾ ਹੁਣ ਤੁਸੀਂ ਕਹੋਗੇ ਇਹ ਤਾਂ ਫਿਰ present participle ਹੈ but ਜਿਹੜੇ participle ਹੁੰਦੇ ਆ ਉਹ ਹੁੰਦੇ verb ਹੈ but they act as adjectives ਜਿਵੇਂ ਅਸੀਂ ਕਿਹਾ ਸੀ ਨਾ
the woman wearing black sari is my teacher. Wearing black sari केड़ी जेड़ी की woman जिसने केड़ी वाली woman जिसने black sari wear कीती हुई सी ਅਸੀਂ ਇਹ ਕੀਤਾ ਸੀਗਾ ਨਾ कि ਇਹਦੇ ਨਾਲ ing ਲੱਗਿਆ ਹੈ participle है but ਉਹ ਕੀ ਸੀਗਾ ਉਹ adjective ਦਾ ਕੰਮ ਕਰ ਰਿਹਾ ਸੀ ਜਿਵੇਂ ਅਸੀਂ ਕਿਹਾ ਸੀ don't board the moving bus ਚਲਦੀ ਹੋਈ ਬੱਸ ਦੇ ਵਿੱਚ ਕਿਹੜੀ ਬੱਸ ਦੇ ਵਿੱਚ ਚਲਦੀ ਹੋਈ ਬੱਸ ਦੇ ਵਿੱਚ ਸੋ ਉੱਥੇ moving ਜਿਹੜਾ ਸੀ ਨਾ moving ਉਹ ਹੈ ਤਾਂ verb ਸੀ but it was working as an adjective gerund ਕੀ ਹੈ ਇਹ ਵੀ verb ਹੈ ਇਹਦੇ ਨਾਲ ਵੀ ing ਲੱਗਦਾ ਬਟ ਇਹ noun ਦਾ ਕੰਮ ਕਰਦਾ ਹੈ that is the main difference between participle and gerund ਇਹ noun ਦਾ ਕੰਮ ਕਰਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ noun ਕੀ ਹੁੰਦੇ ਹੈ noun name of a place person things animals ਕਿਸੇ ਵੀ ਚੀਜ਼ ਦਾ ਨਾਮ feeling ਦਾ ਨਾਮ ਵੀ ਹੋ ਸਕਦਾ ਹੈ ਨਾ ਜਿਵੇਂ ਅਸੀਂ ਕਿਹਾ happiness ਉਹ feeling ਦਾ ਨਾਮ ਵੀ ਹੋ ਸਕਦਾ ਹੈ किसी पर्सन का नाम हो सकता है प्लेस का नाम हो सकता है थिंग का नाम हो सकता है किसी भी ऑब्जेक्ट का नाम हो सकता है सो दैट इज अ नेम नाउन हुन ए वाला जेरेंड है नाउन का काम कर रहा है किवें लेट्स टेक सम एग्जांपल्स लाइक स्टडी द फॉलोइंग सेंटेंसेस स्मोकिंग इज अ बैड हैबिट स्मोकिंग हुन स्मोकिंग की है स्मोक हुंदा है जिवें ਜਿਹੜੀ ਬੀੜੀ ਸਿਗਰਟ ਵਗੈਰਾ ਪੀਣਾ ਹੈ ਨਾ ਸਿਗਰਟ ਨੋਸ਼ੀ ਜਿਹਨੂੰ ਅਸੀਂ ਕਹਿੰਦੇ ਆ ਸਮੋਕ ਮੀਨਸ ਉਹ ਕਰਨਾ ਮੈਮ ਜਦੋਂ ਪਾਸਟ ਪਾਰਟਿਸਿਪਲ ਨਾਲ ing ਲੱਗਦਾ ਹੈ ਤਾਂ ਐਡਜੈਕਟਿਵ ਦਾ ਕੰਮ ਕਰੇ ਬੱਚੇ ਪਾਸਟ ਪਾਰਟਿਸਿਪਲ ਨਾਲ ਤਾਂ ing ਲੱਗਦਾ ਹੀ ਨਹੀਂ ਇੱਕ ਬੱਚੇ ਨੇ ਕੁਐਸਚਨ ਪੁੱਛਿਆ ਮੈਨੂੰ ਕਿ ਜਦੋਂ ਪਾਸਟ ਪਾਰਟਿਸਿਪਲ ਨਾਲ ing ਲੱਗਦਾ ਹੈ ਪਾਸਟ ਪਾਰਟਿਸਿਪਲ ਨਾਲ ਤਾਂ ing ਲੱਗਦਾ ਹੀ ਨਹੀਂ ਉਹ ਤਾਂ ਥਰਡ ਫਾਰਮ ਹੁੰਦੀ ਹੈ ਗਿਵ ਮੀ ਸਮ ਐਗਜ਼ਾਮਪਲ बेटा जिन्होंने एक क्वेश्चन पूछा ना मैंने एक एग्जांपल दो पास्ट पार्टिसिपल नाल तो ing लगदा ही नहीं है वो तो थर्ड फॉर्म हुंदी है जे कल कीता सी मूविंग ट्रेन ये पास्ट पार्टिसिपल नहीं है ये प्रेजेंट पार्टिसिपल है ठीक है बेटा जिन्होंने मूविंग ट्रेन प्रेजेंट पार्टिसिपल है हुन देखो मूविंग ट्रेन मतलब चलती हुई ट्रेन नाउन है ट्रेन की है नाउन मूविंग की है चलती हुई यानी कि केड़ी ट्रेन किदां दी ट्रेन चलती हुई ट्रेन और जो ट्रेन नु डिस्क्राइब कर रहे हैं वो डिस्क्राइबिंग वर्ड है मतलब वो एडजेक्टिव का काम कर रहे हैं मैं हुणे एक एग्जांपल दिन्ने तुहानू क्लियर हो जाएगा पहले तुसी ये पढ़ लो देखो स्मोकिंग इज अ बैड हैबिट स्मोकिंग मतलब स्मोक करना बीड़ी सिगरेट पीना उन्होंने स्मोकिंग किया जाता है ना स्मोकिंग जो है वो बैड हैबिट है हुण इत्थे स्मोकिंग की है एक हैबिट दा नाम है स्मोकिंग की है इट्स द नेम ऑफ अ हैबिट स्मोकिंग मतलब सिगरेट नोशी ठीक है नाउ इट इज हैविंग ing it is a verb but it is acting as a noun ये चीज ध्यान नाल सुन लो ध्यान नाल समझ लो स्मोकिंग इज अ बैड हैबिट सिगरेट नोशी करना एक बुरी आदत है सो स्मोकिंग की है इट्स अ नाउन नेक्स्ट वॉकिंग इज अ गुड एक्सरसाइज हुन वॉकिंग की हुंदा वॉक मींस तुरना ing लगया वॉकिंग इज अ गुड एक्सरसाइज जेड़ा वॉक करनी है ना वो एक चंगी एक्सरसाइज है हुन चंगी इत्थे क्वेश्चन की बनेगा चंगी एक्सरसाइज की है केड़ी है वॉकिंग इत्थे चंगी एक्सरसाइज का नाम है ना जिवें मैनूं किसी ने कहा तुसीं केड़ी-केड़ी एक्सरसाइज करदे हो मैं कि मैं वॉकिंग करदी हां यानी कि मैं उन्होंने एक नेम दस्सिया ना अपनी एक्सरसाइज दा सो इत्थे वॉकिंग की है एक एक्सरसाइज दा नाम है जिवें मैं कहां स्विमिंग की है नाम दस रही है ना कि तुहानूं केड़ी स्पोर्ट पसंद है तुसीं मैनूं पुछया तुहानूं केड़ी स्पोर्ट पसंद है तो मैं क्या स्विमिंग है ना मैनूं स्विमिंग बड़ी पसंद है तो स्विमिंग की है मैं एक नेम दस्सिया एक हॉबी दा एक एक्टिविटी दा एक इंटरेस्ट दा मैं नाम दस्सिया ठीक है लाइक डांसिंग इज हर हॉबी डांस करना उसकी हॉबी है ये वर्ब है पर ਇਹਦਾ क्वेश्चन की बनेगा व्हाट इज हर हॉबी ਉਹਦੀ हॉबी की है डांसिंग ਇੱਥੇ हॉबी ਨੂੰ ਅਸੀਂ डिस्क्राइब नहीं कर रहे ਅਸੀਂ ਇਹ नहीं दस रहे हॉबी किदां दी है
ਅਸੀਂ ਦੱਸ ਰਹੇ ਹਾਂ ਹੌਬੀ ਦਾ ਨਾਮ ਕੀ ਹੈ, ਡਾਂਸਿੰਗ। ਸੋ ਇਹ ਚੀਜ਼ ਯਾਦ ਰੱਖਣਾ, ਐਡਜੈਕਟਿਵ ਦੇ ਵਿੱਚ ਜਿਹੜਾ ਕੁਐਸਚਨ ਬਣਨਾ ਹੁੰਦਾ ਹੈ ਉਹ ਬਣਦਾ ਹੈ ਕਿੱਦਾਂ ਦਾ। ਨਾउन ਦੇ ਵਿੱਚ ਜਿਹੜਾ ਕੁਐਸਚਨ ਬਣਦਾ ਹੈ ਉਹ ਬਣਦਾ ਹੈ ਕਿਹੜਾ ਜਾਂ ਕੀ। ਜਿਵੇਂ ਮੈਂ ਪੁੱਛਿਆ ਹਾਰਸ ਹੈ, ਹਾਰਸ ਕੀ ਹੈ, ਐਨੀਮਲ। ਹਾਰਸ ਕੀ ਹੈ, ਐਨੀਮਲ ਹੈ। ਹਾਰਸ ਨਾउन ਹੈ। ਹਾਰਸ ਕਿੱਦਾਂ ਦਾ ਹੈ, ਬਲੈਕ ਹੈ। ਕਿੱਦਾਂ ਦਾ, so I'm describing a horse, so it's an adjective। horse ਕਿੱਦਾਂ ਦਾ ਹੈ ਤਾਂ ਉਹਦਾ ਜਿਹੜਾ ਜਵਾਬ ਆਏਗਾ ਉਹ ਐਡਜੈਕਟਿਵ ਦੇ ਵਿੱਚ ਆਏਗਾ। ਇੱਥੇ ਕਿਹੜਾ ਐਨੀਮਲ ਹੈ, ਹਾਰਸ, ਤਾਂ ਫਿਰ ਜਿਹੜਾ ਨਾउन ਦਾ ਜਿਹੜਾ ਕੁਐਸਚਨ ਹੈ ਨਾ ਉਹਦਾ ਆਨਸਰ ਜਿਹੜਾ ਹੈ ਨਾ ਉਹ ਕਿਸੇ ਚੀਜ਼ ਦੇ ਵਿੱਚ ਆਉਂਦਾ ਹੈ, ਜਾਂ ਨਾउन ਦਾ ਕੁਐਸਚਨ ਜਿਹੜਾ ਉਹ ਕੀ ਦੇ ਵਿੱਚ ਬਣਦਾ ਹੈ, ਕੀ ਜਾਂ ਕਿਹੜਾ। ਐਡਜੈਕਟਿਵ ਦਾ ਜਿਹੜਾ ਕੁਐਸਚਨ ਹੁੰਦਾ ਹੈ ਉਹ ਕਿੱਦਾਂ ਦਾ ਦੇ ਵਿੱਚ ਬਣਦਾ ਹੁੰਦਾ, ਠੀਕ ਹੈ ਨਾ। ਜਿਵੇਂ ਅਸੀਂ ਕੱਲ ਕਿਹਾ ਸੀ ਡੋਂਟ ਬੋਰਡ ਅ ਮੂਵਿੰਗ ਬੱਸ, ਕਿੱਦਾਂ ਦੀ ਬੱਸ, ਮੂਵਿੰਗ ਬੱਸ, ਚਲਦੀ ਹੋਈ ਬੱਸ। ਓਕੇ, ਸੋ ਇੱਥੇ ਇਹ ਯਾਦ ਰੱਖਣਾ ਸਮੋਕਿੰਗ ਇਜ਼ ਅ ਬੈਡ ਹੈ। ਅਸੀਂ ਕਿਹਾ ਹੀ ਇਜ਼ ਸਮੋਕਿੰਗ, ਉਹ ਸਮੋਕ ਕਰ ਰਿਹਾ ਹੈ। ਹੀ ਇਜ਼ ਸਮੋਕਿੰਗ, ਉੱਥੇ ਉਹ ਵਰਬ ਹੈ। ਸਮੋਕਿੰਗ ਇਜ਼ ਅ ਬੈਡ ਹੈਬਿਟ, ਇੱਥੇ ਸਮੋਕਿੰਗ ਕੀ ਹੈ, ਨਾउन ਦਾ ਕੰਮ ਕਰ ਰਿਹਾ। ਸਿਗਰਟ ਨੋਸ਼ੀ, ਵਾਕਿੰਗ ਮਤਲਬ ਸੈਰ, डांसिंग मतलब नच गाना ओदी हॉबी है, नचना ओदी हॉबी है। समझ गए। हुण देखो अब बच्चे तुसी लिखिया है शो द लास्ट स्क्रीन, पहले ये पढ़ लो ना, ये समझ लो। एक चीज समझ लो, लास्ट स्क्रीन में सारी दोबारा तो शो कर दूंगी। बोथ द gerund and the present participle have the same form same है, but whereas the gerund is used as a noun, a present participle is used as an adjective. So you have to keep this thing in your mind that gerund is used as a noun and present participle is used as an adjective. ਹੁਣ ਦੇਖੋ ਇੱਕ एग्जांपल मैं ਹੋਰ ਦਿੰਦੀ ਆ ਤੁਹਾਨੂੰ, ਉਹਦੇ ਨਾਲ it will be more clear to you. Sleeping is necessary to health. सोना health ਲਈ बहुत जरूरी है। Next, let the sleeping dogs lie. एक proverb है, ਇਹਦਾ मतलब है ਜਿਹੜੇ ਸੁੱਤੇ ਹੋਏ dogs है ना ਉਹਨਾਂ ਨੂੰ ਸੁੱਤੇ ਰਹਿਣ ਦਿਓ। ਇਹਦਾ मतलब ਭੁੰਡਾਂ ਦੀ ਖੱਖਰ ਨੂੰ ਹੱਥ ਨਾ ਪਾਓ। एक proverb है let the sleeping dogs lie। अगर ये dogs हैं ਜਿਹੜੇ ਸੁੱਤੇ हैं ना ਇਹਨਾਂ ਨੂੰ ਸੁੱਤੇ ਰਹਿਣ ਦਿਓ, ਜੇ ਉੱਠ ਗਏ ਤੇ ਤਮਾਸ਼ਾ ਕਰ ਦੇਣਗੇ। ਸੋ ਇੱਕ ਪ੍ਰੋਵਰਬ ਹੈ ਪਰਿੰਡਾਂ ਦੀ ਖੱਖਰ ਨੂੰ ਹੱਥ ਨਾ ਪਾਓ, ਜਾਂ ਮਧੂਮੱਖੀਆਂ ਦੇ ਛੱਤੇ ਨੂੰ ਹੱਥ ਨਾ ਪਾਓ। ਇਹਨੂੰ ਇਹ ਪ੍ਰੋਵਰਬ ਹੈ ਲੈਟ ਦ ਸਲੀਪਿੰਗ ਡੌਗਸ ਲਾਈ। ਇਹ ਮੈਂ ਵੈਸੇ ਹੀ ਲਿਖਿਆ। ਹੁਣ ਦੇਖੋ ਉੱਥੇ ਉੱਪਰ ਵੀ ਸਲੀਪਿੰਗ ਹੈ ਔਰ ਨੀਚੇ ਵਾਲਾ ਵੀ ਸਲੀਪਿੰਗ ਹੈ। ਸੋ ਆਈ ਐਮ ਗੋਇੰਗ ਟੂ ਆਸਕ ਯੂ ਅ ਕੁਐਸਚਨ, ਯੂ ਕੈਨ ਸੈਂਡ ਮੀ ਆਂਸਰਸ ਪ੍ਰਾਈਵੇਟਲੀ। ਉੱਪਰ ਹੈ sleeping is necessary to health। ऊपर वाले sentence, in sentence 1, sleeping is what? Is it a gerund or a present participle? Answer me privately, please. Sleeping is necessary to health। First sentence ਦੇ ਵਿੱਚ sleeping देखो दोनों sleeping है, ਇਹਨਾਂ ਵਿੱਚੋਂ एक hint मैं भी देना, एक gerund है एक present participle है। So first sentence present participle है या gerund है? बच्चे किसी ने everyone नहीं करना, मैंने privately दसो। ओके ठीक है जी, हाँ जी ठीक है जी, बिल्कुल सारे ने वैसे ठीक किया है, हाँ बिल्कुल सही। फर्स्ट इज gerund, वेरी गुड वेरी गुड, ठीक है जी। सेकंड जेड़ा है वो प्रेजेंट पार्टिसिपल है। स्लीपिंग इज नेसेसरी टू हेल्थ। सोना हेल्थ ਲਈ बहुत जरूरी है। सारे जने 8 घंटे ਦੀ स्लीप जरूर लिया करो, नहीं तो बाद ਵਿੱਚ बड़े परेशान होवोगे, ठीक है। सो स्लीपिंग इज नेसेसरी टू हेल्थ। हेल्थ ਲਈ ਕੀ नेसेसरी है? स्लीपिंग। केड़ी चीज नेसेसरी है? स्लीपिंग। केड़ी हैबिट नेसेसरी है? स्लीपिंग, ठीक है। लेट द स्लीपिंग डॉग्स लाई, ये प्रेजेंट पार्टिसिपल है। डॉग्स है किदां दे डॉग्स? सुते हुए डॉग्स, किदां दे? सुते हुए। सो सेकंड की है प्रेजेंट पार्टिसिपल। आई थिंक now it is clear to you the difference between gerund and the present participle। बस यही फर्क है दोनों दे विच, ठीक है। तुहानू क्वेश्चन आंदा है कि ये केड़ी टाइप है
ਤਾਂ ਤੁਸੀਂ ਇਹ ਲਿਖੋਗੇ ਕਿ ਇੱਥੇ sleeping ਜਿਹੜਾ ਹੈ ਉਹ non finite verb ਹੈ and it is a gerund. Okay, next we'll take some examples. Swimming is a good exercise. ਇੱਥੇ exercise ਦਾ name ਹੈ. Swimming is a good exercise. Swimming की है gerund. Reading is my favorite pastime. Reading मेरा सब तो वधिया pastime है. Pastime ਆਪਾਂ ਕਿਹਨੂੰ ਕਹਿੰਦੇ ਆ? ਵੀ ਅਗਰ ਅਸੀਂ ਕਹਿੰਦੇ ਆ ਕਿ time ਬਿਤਾਣਾ ਹੈ ਤੇ ਸਭ ਤੋਂ ਵਧੀਆ time ਕਿਹਦੇ ਨਾਲ ਮੇਰਾ ਬੀਤਦਾ ਹੈ? Reading. So ਮੇਰਾ ਕਿਹੜਾ ਹੈ favorite pastime? Reading. I like singing. ਮੈਨੂੰ singing ਪਸੰਦ ਹੈ. ਮੈਨੂੰ singing. ਇੱਥੇ singing ਕੀ ਹੈ? ਇੱਕ hobby ਦਾ ਨਾਮ ਹੈ. I like singing. She hates getting up early. She hates getting up early. ਉਹਨੂੰ ਜਲਦੀ ਉੱਠਣ ਤੋਂ ਨਫ਼ਰਤ ਹੈ. ਠੀਕ ਹੈ, ਯਾਨੀ ਉਹਨੂੰ ਕਿਸ ਹੈਬਿਟ ਤੋਂ, ਕਿਹੜੀ ਹੈਬਿਟ ਤੋਂ ਨਫ਼ਰਤ ਹੈ? Getting up early. So it's a name of some habit. Okay. Next is she is fond of skating. ਉਹਨੂੰ fond of ਦਾ ਮਤਲਬ ਹੁੰਦਾ ਹੈ ਬੜਾ ਪਸੰਦ ਕਰਨਾ. ਉਸਨੂੰ skating ਪਸੰਦ ਹੈ. Skating ਸਾਰਿਆਂ ਨੂੰ ਪਤਾ ਹੋਏਗਾ ਨਾ skating ਕੀ ਹੁੰਦੀ ਹੈ, ਜਿਹਦੇ ਵਿੱਚ ਤੁਹਾਡੇ ਜਿਹੜੇ ਸ਼ੂਜ਼ ਹੁੰਦੇ ਆ ਉਹਦੇ ਨੀਚੇ ਸਕੇਟਸ ਜਿਹੜੇ ਉਹਦਾ ਇੱਕ ਫਲੈਟ ਬਾਟਮ ਹੁੰਦਾ ਹੈ ਔਰ ਉਹਦੇ ਉੱਪਰ ਵੀਲਸ ਲੱਗੇ ਹੁੰਦੇ ਆ. ਸਕੇਟਿੰਗ. ਸ਼ੀ ਇਜ਼ ਫੌਂਡ ਆਫ ਸਕੇਟਿੰਗ. ਉਹਨੂੰ ਸਕੇਟਿੰਗ ਬਹੁਤ ਪਸੰਦ ਹੈ. ਕੀ ਪਸੰਦ ਹੈ ਉਹਨੂੰ? ਸਕੇਟਿੰਗ. ਚਿਲਡਰਨ ਆਰ ਫੌਂਡ ਆਫ ਪਲੇਇੰਗ. ਬੱਚਿਆਂ ਨੂੰ ਖੇਡਣਾ ਬਹੁਤ ਪਸੰਦ ਹੈ. ਹੀ ਗੇਵ ਅਪ ਡਰਿੰਕਿੰਗ. ਹੁਣ ਗਿਵ ਦਾ ਮਤਲਬ ਹੁੰਦਾ ਹੈ ਦੇਣਾ, ਗਿਵ ਅਪ ਮਤਲਬ ਹੁੰਦਾ ਹੈ ਛੱਡ ਦੇਣਾ. ਦੇਖੋ ਪ੍ਰੈਪੋਜੀਸ਼ਨ ਦਾ ਕਮਾਲ. Give means dena, please give me some water. Give up means chhad dena. Like he give up means to quit something. He gave up drinking. उसने पीना छाड़ देता है. ऐसे drinking का मतलब है alcohol पीना, शराब पीना. He gave up drinking. उसने छाड़ देता है. की छाड़ देता है? Drinking. So ऐसे swimming, reading, singing, getting, skating, playing, drinking ये सारे की ने they are acting as nouns. So that is why these are gerunds. बहुत easy है ये, इनको पछाड़ना बहुत सौखा है. So we are done with non-finite verbs. If you have any problems, you can ask me on this. जे कोई डाउट है प्लीज बच्चे पूछ लो. ये टॉपिक ओवर हो गया आज. So no questions to ask. किसी बच्चे का कोई सवाल नहीं है? Okay, then we'll move to next. ਇਹਦਾ ਮਤਲਬ ਸਾਰਿਆਂ ਨੂੰ ਸਮਝ ਆ ਗਿਆ. Okay, great. ਬੇਟਾ ਤੁਸੀਂ ਅਟੈਂਡੈਂਸ ਨਾ ਲਗਾਓ, ਹਜੇ ਇੱਕ ਟੌਪਿਕ ਹੋਰ ਰਹਿੰਦਾ ਹੈ ਆਪਣਾ. ਹਜੇ ਟਾਈਮ ਹੈ ਸਾਡੀ ਕਲਾਸ ਨੂੰ. ਹਜੇ we are left with 15 minutes. Please show the gerund slide. Okay, सारी show कर देनी है मैं. ठीक है जी. So this is first slide. ਇਹਦੇ ਵਿੱਚ ਅਸੀਂ verbs ਕੀਤੀਆਂ ਸੀ. ਇਹਦੇ ਤੁਸੀਂ ਲੈ ਲਓ ਫਟਾਫਟ screenshot. This is the second one. वैसे ਤਾਂ fourth slide है but ਇਹ topic. हाँ जी लखवीर कौर बोलो जी. Good afternoon, ma'am. Good afternoon. Ma'am, past time the meaning villa अच्छा, time past- I mean हाँ जी, ये नहीं free नहीं time. ਹਾਂ ਮਤਲਬ ਜਿਵੇਂ ਅਸੀਂ ਕਹਿੰਦੇ ਆ ਨਾ ਕਿ ਜਿਵੇਂ ਇਹ ਮੇਰਾ ਫੇਵਰਿਟ ਪਾਸ ਟਾਈਮ ਹੈ, ਮਤਲਬ ਵੀ ਜਿਸ ਤਰ੍ਹਾਂ ਉਹ ਟਾਈਮ ਜਿਹੜਾ ਟਾਈਮ ਸਾਨੂੰ ਲੱਗਦਾ ਹੈ ਕਿ ਵੀ ਮੈਂ ਵਿਹਲੇ ਟਾਈਮ 'ਚ ਕਿਹੜੀ ਵਧੀਆ ਚੀਜ਼ ਕਰਾਂ. Okay, ma'am. ਹੈ ਨਾ, ਬਈ ਜਿਹੜਾ ਟਾਈਮ ਹੈ ਉਹ ਵਧੀਆ ਪਾਸ ਹੋ ਜਾਏ, ਉਹ ਵਾਲੀ ਚੀਜ਼. ਲਾਈਕ ਰੀਡਿੰਗ ਮੇਰਾ ਫੇਵਰਿਟ ਪਾਸ ਟਾਈਮ ਹੈ, ਮਤਲਬ ਮੇਰੇ ਕੋਲ ਟਾਈਮ ਹੈ, ਮੈਂ ਉਹਨੂੰ ਪਾਸ ਕਰਨਾ ਚਾਹੁੰਦੀ ਹਾਂ. मैम मीन्स कि फ्री टाइम ही हो गया. ਫ੍ਰੀ ਟਾਈਮ ਤਾਂ ਹੋ ਗਿਆ, ਫ੍ਰੀ ਟਾਈਮ ਤਾਂ ਹੋ ਗਿਆ, ਲੇਕਿਨ ਜਿਹੜਾ ਉਹ ਟਾਈਮ ਜਿਹੜਾ ਤੁਸੀਂ ਇੱਕ ਚੰਗੇ ਤਰੀਕੇ ਨਾਲ ਪਾਸ ਕਰਨਾ ਚਾਹੁੰਦੇ ਹੋ. Okay, okay, ma'am. ਹਾਂ ਇਹ ਚੀਜ਼ ਹੈ, ਠੀਕ ਹੈ ਨਾ. Okay, ma'am. मैम मैं एक verbs ਦੇ meaning ਪੁੱਛਣੇ ਸੀ ਹਾਂ ਕਿ ਪੁੱਛੋ ਮੈਂ ਨਾ ਪੁੱਛੋ. ਸਕੂਲ ਲੱਗੀ ਸੀ. ਮੈਮ ਜੇਕਰ ਤੁਸੀਂ ਪਹਿਲਾਂ ਕਰਵਾ ਦਿਓ, ਫਿਰ ਮੈਂ ਬਾਅਦ ਚ ਪੁੱਛ ਲਓ, ਮੈਨੂੰ ਦੱਸ ਲਾਸਟ ਦਿਓ. ਵਿੱਚ ਪੁੱਛ ਲਓਗੇ, ਠੀਕ ਹੈ. ਹਾਂਜੀ ਠੀਕ ਹਾਂਜੀ.
ओके ये सीगी जेरेंट्स दी स्लाइड। इस तो बाद ਅਸੀਂ थोड़े जे क्वेश्चन सॉरी थोड़े जे सेंटेंसेस करांगे ਜਿਹੜੇ ਕਿ ਆਪਾਂ ਬਹੁਤ ਦਿਨਾਂ ਤੋਂ ਸੈਂਟੈਂਸਸ ਵੀ ਨਹੀਂ ਕੀਤੇ। we today we will do sentences related to study क्योंकि ਤੁਹਾਡੀ ਥੋੜੀ ਸਪੋਕਨ ਇੰਗਲਿਸ਼ ਦੀ ਵੀ ਪ੍ਰੈਕਟਿਸ ਹੋਣੀ ਚਾਹੀਦੀ ਹੈ। ਸੋ ਸਟੱਡੀ ਦੇ ਰਿਲੇਟਡ ਜਿਵੇਂ ਉਸ ਦਿਨ ਬੱਚੇ ਪੁੱਛ ਰਹੇ ਸੀ ਨਾ ਕਿ ਮੈਮ ਅਗਰ ਇਹਨੂੰ ਇਦਾਂ ਕਹਿਣਾ ਹੋਵੇ ਤਾਂ ਕਿਸ ਤਰ੍ਹਾਂ ਕਹੀਦਾ ਹੈ। ਸੋ ਆਈ ਹੈਵ ਟੇਕਨ ਸਮ ਸੈਂਟੈਂਸਸ। ਫਰਸਟ ਇਜ਼ I am too tired to attend the class। ਕਈ ਵਾਰ ਕੀ ਹੁੰਦਾ ਅਸੀਂ ਕਹਿੰਦੇ ਆ ਵੀ ਮੈਮ ਮੈਂ ਇੰਨੀ ਥੱਕੀ ਹੋਈ ਸੀ ਜਾਂ ਇੰਨੀ ਬਿਜ਼ੀ ਸੀ ਕਿ ਮੈਂ ਕਲਾਸ ਅਟੈਂਡ ਨਹੀਂ ਕਰ ਪਾਈ। ਅਸੀਂ ਉਸ ਦਿਨ ਕੀਤਾ ਸੀ ਨਾ she is too weak to walk। too TOO2 ਫਿਰ TO2 ਇਹਦਾ ਮਤਲਬ ਹੁੰਦਾ ਹੈ ਨੈਗੇਟਿਵ ਦੇ ਵਿੱਚ ਹੈ। ਨੈਗੇਟਿਵ ਮਤਲਬ ਮੈਂ ਇੰਨੀ ਥੱਕੀ ਹੋਈ ਸੀ ਕਿ ਕਲਾਸ ਅਟੈਂਡ ਨਹੀਂ ਕਰ ਪਾਈ ਹੈ ਨਾ। ਅਸੀਂ ਉਸ ਦਿਨ ਕੀਤਾ ਸੀ he is too honest to accept a bribe। ਇੰਨਾ ਉਹ ਤਾਂ ਬਹੁਤ ਉਹ ਹੈ honest ਹੈ ਕਿ ਉਹ bribe accept ਕਰ ਹੀ ਨਹੀਂ ਸਕਦਾ। ਠੀਕ ਹੈ। I am too tired or too busy to attend the class। ਮੈਂ ਇੰਨੀ ਬਿਜ਼ੀ ਹਾਂ ਕਿ ਕਲਾਸ ਅਟੈਂਡ ਨਹੀਂ ਕਰ ਸਕਦੀ। ਇਹੀ ਜਿਵੇਂ ਤੁਸੀਂ ਦੱਸਣਾ ਹੋਵੇ ਕਿ ਮੈਮ I was too busy to attend the class। I was ਮੈਂ ਇੰਨੀ ਬਿਜ਼ੀ ਸੀ ਕਿ ਕਲਾਸ ਅਟੈਂਡ ਨਹੀਂ ਕਰ ਸਕੀ। I am too tired। tired means मैं थके होना to attend the class। ਜਦੋਂ ਵੀ to और to लगे होण ਤਾਂ ਇਹਦਾ ਮਤਲਬ ਕੀ ਹੈ ਉਹ ਨੈਗੇਟਿਵ ਸ਼ੋ ਕਰ ਰਿਹਾ। ਇਹਦੇ ਵਿੱਚ not ਨਹੀਂ ਹੈ still it is showing in negative sense। ਠੀਕ ਹੈ। she is too weak to walk। too weak to walk ਉਹ ਇੰਨੀ ਕਮਜ਼ੋਰ ਹੈ ਕਿ ਤੁਰ ਹੀ ਨਹੀਂ ਸਕ ਰਹੀ। next is when does our examination begin। ਸਾਡੇ एग्जाम कदों तो ने। when does our examination begin ਸਾਡੇ एग्जाम कदों तो ने। ਆਪਾਂ ਪੁੱਛਦੇ ਹਾਂ ਨਾ ਇੱਕ ਦੂਸਰੇ ਤੋਂ ਕਦੋਂ ਤੋਂ ਹੈ ਆਪਣੇ एग्जाम। ਠੀਕ ਹੈ ਤਾਂ ਅਸੀਂ ਕੀ ਕਵਾਂਗੇ when does our examination begin। ਅਸੀਂ ਇਹ ਵੀ ਕਹਿ ਸਕਦੇ ਹਾਂ when will our examination start। when will ਕਦੋਂ ਤੋਂ ਹੋਣਗੇ। ਤਾਂ ਆਪਾਂ ਦੇਖੋ ਆਮ ਲੈਂਗੁਏਜ ਦੇ ਵਿੱਚ ਇਸੇ ਤਰ੍ਹਾਂ ਹੀ ਕਹਿੰਦੇ ਆ ਨਾ ਕਿ एग्जाम ਕਦੋਂ ਤੋਂ ਹੋ ਰਹੇ ਹੈ। when are the exam starting। एग्जाम कदों तो शुरू ने when does our examination start। एग्जाम कदों तो शुरू होणगे when will our examination begin या start। तो ਤੁਸੀਂ ਇਹਨਾਂ ਵਿੱਚੋਂ ਕੋਈ ਵੀ ਬੋਲ ਸਕਦੇ ਹੋ ਸਾਰੇ ਹੀ ਠੀਕ ਨੇ। ਠੀਕ ਹੈ। so when does our examination begin means ਸਾਡੇ एग्जाम ਕਦੋਂ ਤੋਂ ਨੇ। next I'll definitely pass or get through। मैं पक्का पास हो जाऊंगी। सो ਤੁਸੀਂ ਪਾਸ ਵੀ ਕਹਿ ਸਕਦੇ ਹੋ ਤੇ get through ਵੀ ਕਹਿ ਸਕਦੇ ਹੋ। I'll definitely ਜ਼ਰੂਰ ਮੈਂ ਪਾਸ ਹੋ ਜਾਵਾਂਗੀ ਹੈ ਨਾ। ਜਾਂ ਅਸੀਂ ਕਹਿਣਾ ਹੋਵੇ she will definitely pass ਉਹ ਪੱਕਾ ਪਾਸ ਹੋ ਜਾਏਗੀ। ਜਾਂ she will definitely get through। get through ਆਪਾਂ ਕਹਿੰਦੇ ਨਾ ਇਸ ਵਾਰ ਤਾਂ ਉਹ ਲੰਘ ਹੀ ਜਾਏਗਾ ਇਸ ਵਾਰ ਤਾਂ ਨਿਕਲ ਹੀ ਜਾਏਗਾ। ਨਿਕਲ ਜਾਏਗਾ ਆਪਾਂ ਕਹਿ ਦਿੰਦੇ ਆ ਨਾ। ਤਾਂ ਸਾਡੇ ਕਹਿਣ ਦਾ ਕੀ ਮਤਲਬ ਹੁੰਦਾ ਇਸ ਕਲਾਸ ਤੋਂ ਤਾਂ ਪੱਕਾ ਨਿਕਲ ਹੀ ਜਾਏਗਾ ਮਤਲਬ ਇਸ ਕਲਾਸ ਤੋਂ ਤਾਂ ਨਿਕਲ ਕੇ ਨੈਕਸਟ ਕਲਾਸ ਪਹੁੰਚ ਹੀ ਜਾਏਗਾ। so we can use get through also। I'll definitely get through या I'll definitely pass। next is classes start early nowadays or these days। ਅੱਜਕੱਲ ਕਲਾਸਾਂ ਜਲਦੀ ਸ਼ੁਰੂ ਹੋ ਜਾਂਦੀਆਂ ਨੇ ਅੱਜਕੱਲ। ਸੋ ਅੱਜਕੱਲ ਨੂੰ ਅਸੀਂ nowadays ਵੀ ਕਹਿ ਸਕਦੇ ਹਾਂ। nowadays ਇਕੱਠਾ ਲਿਖਣਾ ਬੱਚੇ now a day। ਕਈ ਬੱਚੇ ਨਾ now dash a dash days ਏਦਾਂ ਲਿਖਦੇ ਆ ਇਹ ਇਕੱਠਾ ਹੀ ਹੈ nowadays। classes start early ਅੱਜਕੱਲ classes ਜਾਂ these days या nowadays जल्दी स्टार्ट हो जांदियां ने। आजकल क्लास जल्दी स्टार्ट हो जांदियां ने। ठीक है। next is we have completed or finished our studies। ਅਸੀਂ ਆਪਣੀ ਪੜ੍ਹਾਈ ਖਤਮ ਕਰ ਲਈ ਹੈ। ਜਿਵੇਂ ਅਸੀਂ ਪੁੱਛਿਆ ਕਿ ਤੁਸੀਂ ਅੱਜਕੱਲ ਕੀ ਪੜ੍ਹ ਰਹੇ ਹੋ ਤਾਂ ਮੈਂ ਕਿਹਾ I have completed my studies। ਮੈਂ ਆਪਣੀ ਸਟੱਡੀਜ਼ ਜਾਂ ਆਪਣੀ ਪੜ੍ਹਾਈ ਖਤਮ ਕਰ ਲਈ ਹੈ। so we can use either completed or finished both are correct। we have completed our studies। next is she has been absent since Wednesday। she has been absent since Wednesday। ਉਹ Wednesday ਤੋਂ absent ਹੈ। ਇਹ present perfect continuous tense ਹੈ। since Wednesday ਇਹਨੂੰ Wednesday ਬੋਲਣਾ ਹੈ। ਉਹ
वेंसडे तो बुधवार तो एबसेंट है, गैर हाजिर है। शी हैज बीन एबसेंट ਜਦੋਂ ਅਸੀਂ ਕੋਈ ਪਿਛਲੇ ਟਾਈਮ ਦਾ ਦੱਸਣਾ ਹੋਵੇ, ਮੈਂ ਤੁਹਾਨੂੰ ਦੱਸਿਆ ਸੀ ਕਿ ਕੰਮ ਹੁਣ ਵੀ ਹੋ ਰਿਹਾ ਹੈ, ਅਜੇ ਵੀ ਉਹ ਐਬਸੈਂਟ ਹੈ ਤੇ ਪਿਛਲੇ ਕੁਝ ਟਾਈਮ ਤੋਂ ਹੋ ਰਿਹਾ ਤਾਂ ਅਸੀਂ ਉਹਨੂੰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਕਹਿ ਸਕਦੇ ਹਾਂ। ਜਿਵੇਂ ਅਸੀਂ ਕਹਿੰਦੇ ਨਾ ਇਟ ਹੈਜ਼ ਬੀਨ ਰੇਨਿੰਗ ਸਿੰਸ ਮਾਰਨਿੰਗ, ਸਵੇਰ ਤੋਂ ਬਾਰਿਸ਼ ਹੋ ਰਹੀ ਹੈ ਤਾਂ ਅਸੀਂ ਕਿਹਾ ਬੁੱਧਵਾਰ ਤੋਂ ਐਬਸੈਂਟ ਹੈ, she has been absent since Wednesday। I had no time to finish my work। मैं पूछा तुसी काम क्यों नहीं कीता, तुसी कहा I had no time to finish my work। मेरे को काम करन दा बिल्कुल टाइम नहीं सी। I had no time to finish my work। Next है she takes keen interest। keen interest ਹੁੰਦਾ ਹੈ ਬੜੇ ਜਿਹੜਾ ਬੜਾ ਜ਼ਿਆਦਾ ਇੰਟਰਸਟ ਨਾਲ ਤੁਸੀਂ ਕਹਿੰਦੇ ਹੋ ਨਾ, ਆਪਾਂ ਕਹਿੰਦੇ ਉਹਦਾ ਪੜ੍ਹਾਈ ਦੇ ਵਿੱਚ ਬੜਾ ਹੀ ਡੂੰਘਾ ਇੰਟਰਸਟ ਹੈ ਨਾ, ਤਾਂ ਉੱਥੇ ਅਸੀਂ ਕੀਵਰਡ ਯੂਜ਼ ਕਰਦੇ ਹਾਂ keen interest, ਹੈ ਨਾ। she was keen to know, ਉਹਨੂੰ ਕੋਈ ਚੀਜ਼ ਨੂੰ ਜਾਣਨ ਦੇ ਲਈ ਅਸੀਂ keen ਹੁੰਦੇ ਆ, ਮਤਲਬ ਸਾਡਾ ਪੂਰਾ ਇੰਟਰਸਟ ਹੁੰਦਾ ਹੈ। she takes keen interest ਦਾ ਮਤਲਬ ਹੈ ਆਪਣੀ ਸਟੱਡੀਜ਼ ਦੇ ਵਿੱਚ ਉਹਦਾ ਪੂਰਾ ਇੰਟਰਸਟ ਉਹ ਲੈਂਦੀ ਹੈ। she takes, ਉਹ ਪੜ੍ਹਾਈ ਦੇ ਵਿੱਚ ਪੂਰਾ ਇੰਟਰਸਟ ਲੈਂਦੀ ਹੈ, ਮਤਲਬ ਡੂੰਘਾ ਇੰਟਰਸਟ ਲੈਂਦੀ ਹੈ ਨਾ। ਕੀਨ ਹੁੰਦਾ ਜਦੋਂ ਤੁਸੀਂ ਮਤਲਬ ਪੂਰੇ ਮਨ ਨਾਲ, ਜਿਵੇਂ ਆਪਾਂ ਕਹਿੰਦੇ ਆ ਮੈਂ ਉਹ ਬੜੀ ਕਿਹੜੀ ਬਿਰਤੀ ਆਪਾਂ ਉਹਨੂੰ ਕਹਿੰਦੇ ਆ, ਇੱਕ ਕਿਊਰੀਅਸ ਬਿਰਤੀ ਹੁੰਦੀ ਹੈ ਨਾ, ਜਿਹਨੂੰ ਕਿਊਰੀਅਸ ਨੂੰ ਆਪਾਂ ਪੰਜਾਬੀ ਚ ਕੀ ਕਵਾਂਗੇ, ਲਾਈਕ ਸ਼ੀ ਇਜ਼ ਕਿਊਰੀਅਸ ਟੂ ਨੋ ਐਵਰੀਥਿੰਗ, ਉਤਸੁਕਤਾ, ਯੈਸ ਉਤਸੁਕਤਾ। ਸੋ ਕੀਨ ਉਹ ਚੀਜ਼ ਹੁੰਦੀ ਹੈ, ਲਾਈਕ ਆਈ ਐਮ ਕੀਨ ਟੂ ਨੋ ਸਮਥਿੰਗ, ਮਤਲਬ ਮੈਂ ਕਿਸੇ ਚੀਜ਼ ਦੇ ਲਈ ਬੜੀ ਵਿਲਿੰਗ ਹਾਂ, ਈਗਰ ਹਾਂ, ਸੋ ਦੈਟ ਇਜ਼ ਕੀਨ। ਓਕੇ, ਸੋ ਸ਼ੀ ਟੇਕਸ ਕੀਨ ਇੰਟਰਸਟ, ਉਹ ਆਪਣੀ ਪੜ੍ਹਾਈ ਦੇ ਵਿੱਚ ਇੰਟਰਸਟ ਲੈਂਦੀ ਹੈ ਬੜੀ ਉਤਸੁਕਤਾ ਨਾਲ, ਜਿਗਿਆਸਾ, ਵੈਰੀ ਗੁੱਡ। The students will know the result tomorrow। The students will know the result tomorrow। ਰਿਜ਼ਲਟ ਜਿਹੜਾ ਹੈ ਕੱਲ ਤੁਹਾਨੂੰ ਪਤਾ ਚੱਲੇਗਾ, ਸਟੂਡੈਂਟਸ ਨੂੰ ਰਿਜ਼ਲਟ ਕੱਲ ਪਤਾ ਚੱਲੇਗਾ। The students will know the result tomorrow। And the last one is why don't you let me study। ਇਹ let ਵਾਲੇ ਆਪਾਂ ਕੀਤੇ ਸੀ sentences, ਤੁਸੀਂ ਮੈਨੂੰ ਪੜਨ ਕਿਉਂ ਨਹੀਂ ਦੇ ਰਹੇ, why don't you let me study, ਤੁਸੀਂ ਮੈਨੂੰ ਪੜਨ ਕਿਉਂ ਨਹੀਂ ਦੇ ਰਹੇ ਹੋ, why don't you let me study। So we'll repeat all of them। I am too tired to attend the class। ਇਹ ਤੁਸੀਂ ਨਾਲ ਨਾਲ ਬੋਲੀ ਜਾਓ। When does our examination begin। I'll definitely pass or I'll definitely get through। Classes start early nowadays or these days। We have completed or finished our studies, our studies। She has been absent since Wednesday। I had no time to finish my work। She takes keen interest in her studies। The students will know the result tomorrow। Why don't you let me study। Okay ji, any questions? Last वाला दोबारा, हाँ जी। Why don't you let me study। मैं क्या let me study, मैनू पढ़न दो। आप let वाले sentences कितने सी ना, let me study, मैनू पढ़न दो। Why don't you let me study, तुसी मैनू पढ़न क्यों नहीं दे रहे, why don't you। ठीक है। Nowadays मतलब आजकल, nowadays means आजकल। ओके, nowadays मतलब these days, आजकल। हाँ जी, जिन्हों दे हैंड रेज हैं प्लीज। गुड इवनिंग मैम। हाँ जी, गुड इवनिंग मैम। she has been absent since Wednesday वाला मैम सेंटेंस रिपीट करियो। बच्चे she has been absent since Wednesday। वो बुधवार तो एबसेंट, ਆਪਾਂ प्रेजेंट परफेक्ट कंटीन्यूअस टेंस ਕੀਤਾ ਸੀ ਨਾ, ਕਿ ਅਸੀਂ ਕੀਤਾ ਸੀ it has been raining since morning। ਹੁਣ ਤੁਸੀਂ ਕਹੋਗੇ ਇੱਥੇ ing ਤਾਂ ਲੱਗਿਆ ਨਹੀਂ ਹੋਇਆ, ਬਟ ਕੰਟੀਨਿਊਅਸ ਟੈਂਸ ਜਿਹੜਾ ਹੁੰਦਾ ਹੈ ਨਾ, ਇਹਦੇ ਵਿੱਚ ਕਈ ਵਾਰ ing ਲੱਗਦਾ ਹੈ, ਕਈ ਵਾਰ ਨਹੀਂ ਲੱਗਦਾ। ਜਿਵੇਂ ਅਸੀਂ ਕਿਹਾ ਕੰਟੀਨਿਊਅਸ ਦਾ ਮਤਲਬ ਜੋ ਇਸ ਟਾਈਮ ਹੋ ਰਿਹਾ ਹੈ, ਜਿਵੇਂ ਮੈਂ ਕਿਹਾ ਬਾਰਿਸ਼ ਹੋ ਰਹੀ ਹੈ, ਉਹ ਐਬਸੈਂਟ ਹੈ, ਉਹ ਐਬਸੈਂਟ ਹੈ, तो ਅਸੀਂ ਕੀ ਕਵਾਂਗੇ, ਉਹ ਪ੍ਰੈਜ਼ੈਂਟ ਕੰਟੀਨਿਊਅਸ ਟੈਂਸ ਹੈ, she is absent। समझ गए। सो she has been absent मतलब वो है कदों तो, सॉरी गैर हाजिर है कदों तो, वेडनेसडे। समझ गए।
Ma'am, how do we pronounce WOVEN? woven, Ma'am, woven, repeat करो. woven. Woven? हाँ जी, woven, woven. Okay, thank you, ma'am. ओके जी. हाँ जी. नेक्स्ट प्लीज. मैम हाँ जी बेटा. जो 5th सेंटेंस है, वी हैव कंप्लीटेड और फिनिश्ड आवर स्टडीज, मैम उते स्टडी भी कल्ला लिख सकते हैं ਆਪਾਂ, ਇਹ स्टडी ਨਹੀਂ ਨਹੀਂ ਨਹੀਂ, ਆਰ ਸਟੱਡੀਜ਼ ਜਿਹੜੀ ਆਪਾਂ ਪੜ੍ਹਾਈ ਹੈ ਨਾ ਉਹਨੂੰ ਆਪਾਂ ਸਟੱਡੀਜ਼ ਹੀ ਕਹਿੰਦੇ ਆ. ਆਰ ਸਟੱਡੀ ਹਾਂ ਚੱਲ ਸਕਦਾ ਹੈ ਵੀ ਮਤਲਬ स्टडी ਤਾਂ ਵੀ ਸਾਰੀ ਪੜ੍ਹਾਈ ਹੋ ਜਾਂਦੀ ਸਾਰੀ ਆ. ਪੜ੍ਹਾਈ. ਸਟੱਡੀ ਵੈਸੇ ਸਟੱਡੀਜ਼ ਯੂਜ਼ ਕਰਨੇ ਆ ਜ਼ਿਆਦਾਤਰ. ਵੀ ਹੈਵ ਕੰਪਲੀਟਡ ਆਰ ਸਟੱਡੀਜ਼. आई हैव कंप्लीटेड माय स्टडीज कहेंगे बच्चे. वैसे स्टडी कह सकते हो, गलत नहीं है, बट स्टडीज इज मोर एप्रोप्रिएट. इस ज्यादा बढ़िया लगता है स्टडीज. मुझे स्टडीज बढ़िया भी कहना एप्रोप्रिएट ज्यादा स्टडीज है, स्टडी कह सकते हो. ओके हाँ, थैंक बट यू मैम. स्टडीज जेड़ा है वो ज्यादा एप्रोप्रिएट है, समझ रहे हो, प्रॉपर है, ज्यादा प्रॉपर है. ठीक है मैम. हाँ जी बेटे. मैम ਜਿਹੜਾ ਤੁਸੀਂ ਫਰਸਟ ਸੈਂਟੈਂਸ ਦੱਸਿਆ, ਆਈ ਐਮ ਟੂ ਟਾਇਰਡ ਟੂ ਅਟੈਂਡ ਦ ਕਲਾਸ, ਮੀਨਸ ਕਿ ਮੈਂ ਇੰਨੀ ਥੱਕੀ ਹੋਈ ਸੀ ਕਿ ਮੈਂ ਕਲਾਸ ਅਟੈਂਡ ਨਹੀਂ ਕਰ ਪਾਈ ਆ. नहीं कर पा रही. हाँ, मैं ਤੁਹਾਨੂੰ ਦੱਸਿਆ ਨਾ ਜਿਹੜੇ ਟੂ ਔਰ ਟੂ ਵਾਲੇ ਹੁੰਦੇ ਆ ਨਾ, ਇਹ 네ਗੇਟਿਵ ਸੈਂਸ ਵਿੱਚ ਹੁੰਦੇ ਆ. ਆਈ ਐਮ ਟੂ ਟਾਇਰਡ, ਮੈਂ ਇੰਨੀ ਥੱਕੀ ਹੋਈ ਸੀ, ਯਾਨੀ ਕਿ ਮੈਂ ਕਲਾਸ ਅਟੈਂਡ ਕਰਨ ਲਈ ਬਹੁਤ ਥੱਕੀ ਹੋਈ ਸੀ, ਯਾਨੀ ਮੈਂ ਕਲਾਸ ਨਹੀਂ ਸੀ ਅਟੈਂਡ ਕਰ ਸਕਦੀ. ਓਕੇ ਮੈਮ. ਐਂਡ ਮੈਮ ਜੋ ਤੁਸੀਂ when does our examination begin means ਉਹਦੇ ਨਾਲ ਮੈਮ ਤੁਸੀਂ ਇੱਕ ਹੋਰ ਸੈਂਟੈਂਸ ਦੱਸਿਆ ਸੀਗਾ, ਉਹ ਕਿੱਦਾਂ ਸੀਗਾ? ਉਹ ਜਿਵੇਂ when will our examination begin, when will our examination start, when are our examination starting. ਆਪਾਂ ਇਹ ਸਾਰੇ ਬੋਲ ਸਕਦੇ ਆ. ਓਕੇ ਮੈਮ. when ਇਹ will present our indefinite ਹੈ ਨਾ, indefinite भी यूज कर सकते हो, continuous भी यूज कर सकते हो, future indefinite भी यूज कर सकते हो. ਓਕੇ ਜੀ. सारे ਐਂਡ ਮੈਮ ਜੋ ਕੀਨ ਇੰਟਰਸਟ ਹੈ, ਡੂੰਗਾ ਇੰਟਰਸਟ ਕਹਿ ਸਕਦੇ ਆਪਾਂ? ਡੂੰਗਾ ਕਹਿ ਸਕਦੇ ਹਾਂ. ਕੀਨ ਦਾ ਮਤਲਬ ਹੁਣੇ ਬੜਾ ਵਧੀਆ ਆਨਸਰ ਦਿੱਤਾ ਸੀ, ਜਿਗਿਆਸਾ ਵਾਲਾ ਹੁੰਦਾ ਨਾ ਜੋ ਭਾਵਨਾ, ਉਹਨੂੰ ਕੀਨ ਕਹਿੰਦੇ ਆ. ਲਾਈਕ ਆਈ ਵਾਸ ਕੀਨ ਟੂ ਨੋ ਅਬਾਊਟ ਹਰ, ਮੈਂ ਉਹਦੇ ਬਾਰੇ ਜਾਣਨ ਲਈ ਬੜੀ ਉਤਸੁਕ ਸੀਗੀ. ਓਕੇ ਮੈਮ. ਜਿਹੜੀ ਉਤਸੁਕਤਾ ਵਾਲੀ ਭਾਵਨਾ ਹੈ ਨਾ, ਉਹਨੂੰ ਕੀਨਨੈਸ ਕਹਿੰਦੇ ਆ. ਓਕੇ ਮੈਮ. ਹਾਂ, ਐਂਡ ਮੈਮ ਸੈਕਿੰਡ ਥੱਕੀ ਹੋਈ ਸੀ ਜਾਂ ਥੱਕੀ ਹੋਈ ਹਾਂ. ਬੇਟੇ ਕਿਰਨਦੀਪ, ਥੱਕੀ ਹੋਈ ਹਾਂ ਕਿਉਂਕਿ ਆਈ ਐਮ ਆਇਆ ਹੈ ਨਾ, ਸੋ ਥੱਕੀ ਹੋਈ ਹਾਂ. अगर मैं थकी हुई सी कहना हो तो मैं कहूंगी आई वॉज टू टायर्ड. हाँ लखवीर बोलो की कह रहे सी. मैम सेकंड लास्ट द मीनिंग भी दसो. सेकंड लास्ट. the students will know the result tomorrow. स्टूडेंट्स ਨੂੰ ਰਿਜ਼ਲਟ ਬਾਰੇ ਕੱਲ ਪਤਾ ਚੱਲੇਗਾ ਜਾਂ ਸਟੂਡੈਂਟਸ ਰਿਜ਼ਲਟ ਬਾਰੇ ਕੱਲ ਜਾਣਨਗੇ. ਓਕੇ ਮੈਮ. ਠੀਕ ਹੈ. ਹਾਂਜੀ. ਐਂਡ ਮੈਮ ਲਾਸਟ ਤੇ ਮੈਨੂੰ ਵਰਬਸ ਵੀ मीनिंग दस दियो. हाँ वो लास्ट पे ਆਪਾਂ ਕਰਾਂਗੇ, ਪਹਿਲੇ ਬੱਚੇ ਕੋ ਕੁਐਸਚਨਸ ਲੈ ਲਈਏ. ਠੀਕ ਹੈ. ਹਾਂਜੀ ਤੁਸੀਂ ਓਕੇ ਨਾਲ ਮੈਮ. ਹੀ ਥੈਂਕ ਜੁੜੇ ਯੂ. ਰਹਿਣਾ. ਠੀਕ ਹੈ. ਓਕੇ ਓਕੇ ਮੈਮ. ਹਾਂਜੀ ਪ੍ਰਭਜੋਤ. Ma'am, how do we pronounce abandoned? abundant. ਵਾਵੇ ਨਾਲ ਮੈਂ abundant ਬੱਬੇ ਨਾਲ. abundant. ਓਕੇ ਮੈਮ. abundant. ठीक है. ਬੱਬੇ ਨਾਲ. ਠੀਕ ਹੈ ਜੀ. ठीक है. abundant. हाँ जी. गुड इवनिंग मैम. हाँ जी गुड इवनिंग. मैम माय क्वेश्चन इज कि लाइक सेंटेंस है शी हैज शी टेक्स कीन इंटरेस्ट इन हर स्टडीज. ਇਹ ਹੈ ਕਿ ਉਹ ਆਪਣੀ ਸਟੱਡੀ ਦੇ ਵਿੱਚ ਇੰਟਰਸਟ ਲੈਂਦੀ ਹੈ, ਬਹੁਤ ਜ਼ਿਆਦਾ ਇੰਟਰਸਟ ਲੈਂਦੀ ਹੈ ਹਨਾ ਜੀ. ਤੇ ਜੇਕਰ ਆਪਾਂ ਇਹ ਕਹਿਣਾ ਹੋਵੇ ਕਿ ਉਹ ਆਪਣੀ ਸਟੱਡੀਜ਼ ਦੇ ਵਿੱਚ ਇੰਟਰਸਟ ਨਹੀਂ ਲੈਂਦੀ, he takes interest, she takes not interest in her she takes no interest in her studies. ਹਾਂਜੀ yes. she no. takes no interest. okay ma'am thanks. yeah she has no interest. she has ਵੀ ਲੈ ਸਕਦੇ ਹਾਂ, she takes ਵੀ ਲੈ ਸਕਦੇ ਹਾਂ. okay ma'am. है ना. ਉਹਦਾ ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈ. she has no interest in her studies. ਉਹ ਆਪਣੇ ਪੜ੍ਹਾਈ ਦੇ ਵਿੱਚ ਕੋਈ ਇੰਟਰਸਟ ਨਹੀਂ ਲੈਂਦੀ. she takes no interest in her studies. हाँ जी. हाँ जी प्रभजोत बोलो.
मैम गुड हाँ जी, गुड इवनिंग। इवनिंग जी। हाँ जी बेटे बोलो। मैम थर्ड सेंटेंस रिपीट कर दो जी। आई विल हाँ डेफिनेटली जी, पास आई विल गेट थ्रू। डेफिनेटली पास। डेफिनेटली मतलब ਹੁੰਦਾ है निश्चित रूप ਵਿੱਚ, मैं पक्का पास हो जाऊंगी। आई विल डेफिनेटली पास, ठीक है। या फिर पास की जगह ਤੁਸੀਂ ਕਹਿ ਸਕਦੇ ਹੋ ਆਈਲ, देखिए आइल डेफिनेटली गेट थ्रू ਦਾ ਮਤਲਬ ਹੀ ਹੁੰਦਾ ਹੈ ਪਾਸ ਹੋ ਜਾਣਾ, गेट थ्रू ਨਿਕਲ ਜਾਣਾ। ਆਪਾਂ ਕਈ ਵਾਰ ਯੂਜ਼ ਕਰਦੇ ਨਾ, ਇਸ ਵਾਰ ਤਾਂ ਮੈਂ ਪੱਕਾ ਨਿਕਲ ਜਾਊਂਗੀ, मतलब क्लास पास कर जाऊंगी। ਆਪਾਂ ਕਈ ਵਾਰ ਵੈਸੇ ਕਾਮਨ ਲੈਂਗੁਏਜ ਯੂਜ਼ ਕਰ ਸਕਦੇ ਹਾਂ ਨਾ, ਤਾਂ ਇਸੇ ਤਰ੍ਹਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਆਈਲ ਡੈਫੀਨਿਟਲੀ ਗੈਟ ਥਰੂ, ਮੈਂ ਪੱਕਾ ਇਸ ਚੀਜ਼ ਨੂੰ ਪਾਸ ਕਰ ਲਾਂਗੀ, ਕਲੀਅਰ ਕਰ ਲਾਂਗੀ, ਠੀਕ ਹੈ। ओके मैम थैंक यू। ਓਕੇ ਜੀ। ਹਾਂਜੀ, ਕੋਈ ਹੋਰ ਕੋਈ ਕੁਐਸਚਨ ਨਹੀਂ ਹੈ ਕਿਸੇ ਦਾ? ਹਾਂਜੀ ਲਖਵੀਰ ਤੁਸੀਂ ਪੁੱਛ ਲਓ ਕੀ ਪੁੱਛਣਾ ਹੈ। मैम जो हाँ जी। वर्ब्स ने वो रिपीट कर दोगे तुसी सारियां? वर्ब्स ना, हाँ जी। फर्स्ट इज वॉर्न। वॉर्न हाँ मींस जी। किसी ਨੂੰ ਚੇਤਾਵਨੀ ਦੇਣਾ, ओके। ਚੇਤਾਵਨੀ ਦੇਣਾ। आई एम वार्निंग यू फॉर द लास्ट टाइम, मैं तेनू आखिरी बारे चेतावनी दे रही हूं, वार्न कर रही हूं कि अगों तो ये काम ना करी। ਆਪਾਂ ਕਿਸੇ ਨੂੰ ਸਾਵਧਾਨ ਕਰਦੇ ਆ ਨਾ ਕਿ ਇਹ ਕੰਮ ਨਹੀਂ ਕਰਨਾ ਤੂੰ। हाँ जी हाँ जी हाँ जी। ਸੋ ਦੈਟ ਇਜ਼ ਵਾਰਨ। ਵਾਰਨਿੰਗ ਦਿੰਦੇ ਆ ਨਾ ਕਿ ਦਿਸ ਇਜ਼ ਮਾਈ ਲਾਸਟ ਵਾਰਨਿੰਗ ਟੂ ਯੂ, ਠੀਕ ਹੈ। ਸੋ ओके मैम। ਵਾਰਨ ਮੀਨਸ ਕਿਸੇ ਨੂੰ ਚੇਤਾਵਨੀ ਦੇਣਾ, ਕਿਸੇ ਨੂੰ ਉਹ ਕਰਨਾ ਕਿ ਇਹ ਮੈਂ ਤੈਨੂੰ ਲਾਸਟ ਟਾਈਮ ਕਹਿ ਰਹੀ ਹਾਂ ਕਿ ਅੱਗੋਂ ਤੋਂ ਨਹੀਂ ਹੋਣਾ ਚਾਹੀਦਾ, ਹੈ ਨਾ। हाँ warn। जी। then is wind। wind ਦਾ ਮਤਲਬ ਹੁੰਦਾ ਹੈ ਚਾਬੀ ਭਰਨਾ। ਜਿਵੇਂ मैम ਅਸੀਂ, ਹਾਂ ਮੈਂ ਦੱਸਦੀ ਹਾਂ, ਜਿਸ ਤਰ੍ਹਾਂ ਅਸੀਂ ਪੁਰਾਣੇ ਟਾਈਮ ਦੇ ਖਿਡੌਣਿਆਂ ਨੂੰ ਚਾਬੀ ਭਰਦੇ ਹੁੰਦੇ ਸੀਗੇ। हाँ जी हाँ जी। ਸੋ we used to wind up the toys। ਅਸੀਂ ਟॉयਜ਼ ਨੂੰ ਵਾਈਂਡ ਅਪ ਕਰਦੇ ਹੁੰਦੇ ਸੀ, ਵਾਈਂਡ ਅਪ ਨਹੀਂ ਵਾਈਂਡ ਕਰਦੇ ਹੁੰਦੇ ਸੀ, ओके ਹੈ ਨਾ। मैम इधर ਚਾਬੀ ਦੇਣਾ, फिर ਜਾਂ ਘੜੀ ਨੂੰ ਚਾਬੀ ਦਿੰਦੇ ਆ ਨਾ, ਇਸ ਤਰ੍ਹਾਂ ਕਰਕੇ ਚਾਬੀ ਦਿੰਦੇ ਆ ਘੜੀ ਨੂੰ, हाँ जी। ਉਹ that is wind, to wind the clock। मैम इधर स्पेसिफिक कोई मीनिंग होएगा? ਨਾ ਬੱਚੇ, ਇਹਦਾ ਸਪੈਸੀਫਿਕ ਮੀਨਿੰਗ ਹੈ ਚਾਬੀ ਦੇਣਾ। ओके मैम। ਹਾਂ, ਕਿਸੇ ਨੂੰ ਗੋਲ ਗੋਲ ਘੁਮਾ ਕੇ ਜਿਵੇਂ ਚਾਬੀ ਦੇਣਾ ਨਾ, ਉਹਨੂੰ ਵਾਈਂਡ ਕਹਿੰਦੇ हाँ ਆ, जी हाँ जी। ਠੀਕ ਹੈ। ਜਾਂ ਫਿਰ ਜਿਵੇਂ ਅਗਰ ਕੋਈ ओके ਚੀਜ਼, ਅਗਰ ਕੋਈ ਚੀਜ਼ ਉਸੇ ਤਰ੍ਹਾਂ ਮੂਵ ਕਰ ਰਹੀ ਹੈ, ਏਦਾਂ 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 ਮੂਵ ਕਰ ਰਹੀ ਹੈ, ਤਾਂ ਉਹਨੂੰ ਵੀ ਅਸੀਂ हाँ जी हाँ ਵਾਈਂਡਿੰਗ ਹੀ जी। ਕਹਿੰਦੇ ਆ, ਵਾਈਂਡਿੰਗ। ਅਗਰ ओके ਕੋਈ मैम। ਚੀਜ਼ ਉਸੇ ਚਾਬੀ ਦੀ ਤਰ੍ਹਾਂ ਏਦਾਂ ਗੋਲ 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 ਮੂਵ ਕਰ ਰਹੀ ਹੈ ਨਾ, ਤਾਂ ਵੀ ਅਸੀਂ ਉਹਨੂੰ ਵਾਈਂਡ ਕਹਿੰਦੇ ਆ, ਠੀਕ ਹੈ। ਔਰ ਹਾਂਜੀ ओके। ਕਿਰਨਦੀਪ ਪੁੱਛ ਰਹੇ, ਵਾਈਂਡ ਅਪ। ਵਾਈਂਡ ਅਪ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦੇ ਐਂਡ ਤੇ ਆ ਜਾਣਾ, ਕਿਸੇ ਚੀਜ਼ ਦੇ ਕਨਕਲੂਜਨ ਤੇ ਆ ਜਾਣਾ। ਜਿਵੇਂ ਅਸੀਂ ਕਹਿੰਦੇ ਨਾ, ਹੁਣ ਅਸੀਂ ਕਲਾਸ ਨੂੰ ਵਾਈਂਡ ਅਪ ਕਰਨ ਲੱਗੇ ਹਾਂ, ਸਮਝ ਰਹੇ ਹੋ ਲਖਵੀਰ, ਮੇਰੀ ਗੱਲ ਸਮਝ ਆ ਰਹੀ ਹੈ? मैम वाइंड अप द मीन्स फिर इथे कंक्लूजन होएगा जे जद आप ਤੁਸੀਂ कहते ਨੇ ਕਿ ਸਮਾਪਤ ਕਰਨਾ ਵਾ। ਆਪਾਂ ਹੁਣ ਬਸ ਕਲਾਸ ਜਿਹੜਾ ਹੈ ਐਂਡ ਤੇ ਆਣ ਲੱਗੇ ਹਾਂ, ਹੁਣ ਅਸੀਂ ਕਲਾਸ ਵਾਈਂਡ ਅਪ ਕਰਨ ਲੱਗੇ ਹਾਂ। ਜਦੋਂ ਇਹਦੇ ਨਾਲ ਅਪ ਲੱਗ ਜਾਂਦਾ ਹੈ ਤਾਂ ਇਹਦਾ ਮਤਲਬ ਹੁੰਦਾ ਹੈ ਕਿ ਐਂਡ ਤੇ ਆਣ ਲੱਗੇ, ਹੁਣ ਐਂਡ ਅਪ ਕਰਨ ਲੱਗੇ ਹਾਂ, ਅਸੀਂ ਰਿਜ਼ਲਟ ਤੇ ਆਣ ਲੱਗੇ ਹਾਂ, ਅਸੀਂ ਲਾਸਟ ਤੇ ਆਣ ਲੱਗੇ ਹਾਂ, ਕੰਕਲੂਡ ਕਰਨ ਲੱਗੇ ਹਾਂ, ਫਿਨਿਸ਼ ਕਰਨ ਲੱਗੇ ਹਾਂ, ਕੰਪਲੀਟ ਕਰਨ ਲੱਗੇ ਹਾਂ। दैट इज वाइंड अप, ठीक है। ओके ओके जी। यानी वाइंड ਦੇ ਅਗਰ ਅਪ ਲੱਗ ਜਾਂਦਾ ਹੈ ਤਾਂ ਉਹਦਾ ਮਤਲਬ ਕੰਕਲੂਜਨ ਤੇ ਆਣਾ। ਇੱਕ ਵਾਈਂਡ ਦਾ ਮਤਲਬ ਹੁੰਦਾ ਹੈ ਚਾਬੀ ਦੇਣਾ, ओके जी। ਟਵਿਸਟ ਕਰਨਾ ਨਾ, ਜਿਵੇਂ ਅਸੀਂ ਘੜੀ ਨੂੰ ਏਦਾਂ ਟਵਿਸਟ ਕਰਦੇ ਸੀ, ਚਾਬੀ ਦਿੰਦੇ ਸੀ, ਉਹ ਚੀਜ਼, ਠੀਕ ਹੈ। ਵਾਈਂਡ, ਵਾਉਂਡ, ਵਾਉਂਡ। नेक्स्ट इज वेक। वेक मीन्स जागना। वेक, woke, woken। I wake up at 5 a.m. I wake up at 6 a.m. I wake up at 4 a.m. ठीक है, जागना। Win, win means जितना, win, won, won। Watch means देखना, watch means देखना, है ना, केयरफुली किसी चीज ਨੂੰ देखना। Watch, watched, watched। Wash means ਧੋਣਾ, wash, washed, washed। एंड रिंग, रिंग का मतलब ਹੁੰਦਾ ਨਿਚੋੜਨਾ, रिंग, रंग, रंग। wear means पाना, है ना, like she's wearing beautiful clothes। wear, wore, worn। wait means इंतजार करना, wait, waited, waited। weave means बुनना, कपड़ा बुनते हैं ना, weave, wove, woven। ओके मैम जो वीवर है वो जुलाहा हो गया ना मैम। मैम वियर, वोर
मैम वोन है मैम ये वोन वॉन है वोन 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 है हाँ वोन ओके मैम ठीक है शी हैज वोन स्पिक एंड स्पैन क्लोथ्स वोन पाना ठीक है ओके हाँ जी हाँ जी ठीक है हाँ जी लास्ट क्वेश्चन लवांगे बच्चे हाँ, टाइम okay, हो ma'am, गया thank क्योंकि you. ਤੁਹਾਡਾ कैंप शुरू होने लग गया ਹੁਣ गगनदीप जल्दी जल्दी पूछ लो we have only 1 or 2 minutes only ਮੈਮ ਜੀ ਆਪਾਂ ਕਹਾਂ ਹੋਵੇ ਇੱਕ ਸੈਂਟੈਂਸ ਇੰਗਲਿਸ਼ ਚੇਂਜ ਕਰਨਾ ਹੋਵੇ ਕਿ ਮੈਨੂੰ ਥੋੜਾ ਪਾਣੀ ਦੇ ਦਿਓ please give me some water ਓਕੇ ਮੈਮ मैम सम अमाउंट ऑफ वाटर नहीं कहते नहीं कि please give me wrong है some मैम water to drink नहीं ਆਪਾਂ spoken english ਇੰਨਾ ਨਹੀਂ ਇੰਨਾ ਬੋਲਦੇ some amount of water spoken english ਇੰਨਾ ਲੰਮਾ ਨਹੀਂ ਬੋਲੀਦਾ ठीक है please give me some Okay, ma'am. water हाँ is wound also first form of verb which हाँ which means injury नहीं बच्चे which means to get injured किरणदीप ਇਹਦਾ मतलब that means injury नहीं to get injured wound ਦਾ मतलब ਹੁੰਦਾ ਹੈ ਜ਼ਖਮੀ ਹੋ ਜਾਣਾ he got wounded ठीक है इंजरी नहीं मीन्स टू गेट इंजर्ड वर्ब है ना जख्मी हो जाना ओके समझ आ गई किरणदीप ओके चलो दैट्स ऑल फॉर टुडे आई एम गोइंग टू वाइंड अप नाउ वाहिगुरु जी का खालसा वाहिगुरु जी की